ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਾਂ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ। ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ। ਤਾਰੋਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦਾਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਮੈਂ ਬੋਲਿਓ ਜੇ ਵਹਿ ਐਸੋ, ਕਿਉ ਸਸ਼ੰਕ ਪੁੱਛ ਕਾਰਜ ਕੈਸੋ। ਪ੍ਰਕਾਸ਼ਾ ਮੈਂ ਬੋਲਿਓ ਜੇ ਵਹਿ ਐਸੋ, ਕਿਉ ਸਸ਼ੰਕ ਪੁੱਛ ਕਾਰਜ ਕੈਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਿਰਪਾ ਨਿਧਾਨ ਜੁਗਾਹੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰਖਿਅਕ। ਵਾਲੀਏ ਦੋ ਜਹਾਨ ਸ਼ਬਦਾ ਅਵਤਾਰ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ।
ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਚੋਜੀ ਪ੍ਰੀਤਮ ਸਤਿਗੁਰੂ ਮਹਾਰਾਜ ਕਰਤਾਰਪੁਰ ਸਾਹਿਬ ਜੀ ਦੇ ਬਾਰ-ਬਾਰ ਸਤਿਗੁਰੂ ਮਹਾਰਾਜ ਬੈਠੇ ਹੋਏ ਹਨ। ਉਜਾੜ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਬੈਠ ਕਰਕੇ ਰੱਬ ਦਾ ਧਿਆਨ ਧਾਰਨ ਕਰਨਾ ਕੀਤਾ ਤਾਂ ਉਹਨੇ ਕੋ ਚਿਰ ਦੇ ਵਿੱਚ ਇੱਕ ਅਯਾਲੀ ਜਿਹੜਾ ਹੈ ਬੱਕਰੀਆਂ ਨੂੰ ਭੇਡਾਂ ਨੂੰ ਚਾਰਨ ਵਾਲਾ, ਉਹ ਆਪਣੀਆਂ ਭੇਡਾਂ ਬੱਕਰੀਆਂ ਲੈ ਕਰਕੇ ਆ ਗਿਆ ਤੇ ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਵੇਖਿਆ। ਛੋਟੀ ਦੀ ਆਰਬਲਾ ਵਾਲਾ ਉਹ ਬੱਚਾ ਹੈ। ਸਤਿਗੁਰੂ ਮਹਾਰਾਜ ਜੀ ਨੇ ਭਾਈ ਬਾਲੇ ਨੂੰ ਕਿਹਾ, ਬਾਲਿਆ ਜਾ ਭਾਈ, ਉਹ ਜਿਹੜਾ ਬੱਚਾ ਜਿਹੜਾ ਨੂੰ ਚਾਰਨ ਵਾਲਾ ਉਹਨੂੰ ਲੈ ਕੇ ਆਵੀਂ। ਤੇ ਉਹਨੂੰ ਜਾ ਕਰਕੇ ਭਾਈ ਬਾਲੇ ਜੀ ਨੇ ਜਦੋਂ ਬਚਨ ਕੀਤਾ, ਕਿਹਾ ਕਿ ਬੇਟਾ ਚੱਲ, ਤੈਨੂੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਤਪਾ ਜੀ ਤੈਨੂੰ ਸੱਦਦੇ ਹਨ। ਤਾਂ ਭਾਈ ਬੂੜਾ ਜੀ ਜੋ ਹਨ ਉਹ ਸਤਿਗੁਰੂ ਮਹਾਰਾਜ ਜੀ ਦੇ ਚਰਨ ਸ਼ਰਨ ਦੇ ਵਿੱਚ ਆ ਗਏ। ਆਰਬਲਾ ਪਿਆਰਿਓ, ਸ਼ਾਰੀਰਿਕ ਆਰਬਲਾ ਬਹੁਤ ਘੱਟ ਹੈ। 12-13 ਸਾਲ ਦੀ ਆਰਬਲਾ ਹੈ। ਸਤਿਗੁਰੂ ਮਹਾਰਾਜ ਜੀ ਦੇ ਕੋਲ ਜਦੋਂ ਆਏ, ਸਤਿਗੁਰੂ ਮਹਾਰਾਜ ਜੀ ਨੇ ਪੁੱਛਿਆ ਕਿ ਬੇਟਾ ਤੇਰਾ ਨਾਮ ਕੀ ਹੈ? ਉਹਨਾਂ ਨੇ ਜਵਾਬ ਦਿੱਤਾ, ਮਹਾਰਾਜ ਬੂੜਾ ਮੇਰਾ ਨਾਮ ਹੈ। ਕਿੱਥੇ ਰਹਿੰਦਾ? ਕਹਿਣ ਲੱਗੇ, ਮਹਾਰਾਜ ਮੈਂ ਇੱਥੋਂ ਲਾਗੀ ਮੇਰਾ ਪਿੰਡ ਹੈ। ਤੇ ਇਹ ਵੀ ਪੁੱਛਿਆ ਸਤਿਗੁਰੂ ਮਹਾਰਾਜ ਜੀ ਨੇ ਕਿ ਇਹ ਭੇਡਾਂ ਬੱਕਰੀਆਂ ਤੇਰੀਆਂ ਹਨ ਕਿ ਇਹ ਦੂਜਿਆਂ ਦੀ ਤੂੰ ਚਾਰਿਆ ਕਰਦਾ? ਤੇ ਭਾਈ ਬੂੜਾ ਜੀ ਕਹਿਣ ਲੱਗੇ, ਸਤਿਗੁਰੂ ਮਹਾਰਾਜ ਕੁਛ ਮੇਰੀਆਂ ਭੇਡਾਂ ਹਨ, ਕੁਛ ਦੂਜਿਆਂ ਦੀਆਂ ਭੇਡਾਂ ਮੈਂ ਰੋਜ਼ ਚਰਾਉਣ ਵਾਸਤੇ ਆਉਂਦਾ ਹਾਂ। ਬਸ ਸਤਿਗੁਰੂ ਮਹਾਰਾਜ ਜੀ ਨੇ ਇੰਨਾ ਕੁਛ ਪੁੱਛ ਕਰਕੇ ਉਹਨਾਂ ਨੂੰ ਕਹਿ ਦਿੱਤਾ, ਬਾਬਾ ਬੂੜਾ ਜੀ ਨੂੰ ਕਹਿ ਦਿੱਤਾ ਕਿ ਹੁਣ ਤੁਸੀਂ ਚੱਲ ਜਾਓ, ਆਪਣਾ ਕੰਮ ਕਰੋ। ਤੇ ਭਾਈ ਬੂੜਾ ਜੀ ਉਹਨਾਂ ਨੇ ਪੁੱਛਿਆ, ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਆ ਸਤਿਗੁਰੂ ਮਹਾਰਾਜ ਕੋਈ ਨਾ ਕੋਈ ਤਾਂ ਕੰਮ ਹੋਵੇਗਾ ਤੇ ਆਪ ਜੀ ਮੈਨੂੰ ਦੱਸਣਾ ਕਰੋ, ਕਿਉਂ ਆਪ ਜੀ ਨੇ ਮੈਨੂੰ ਸੱਦਣਾ ਕੀਤਾ ਹੈ? ਕਿਉਂਕਿ ਆਪ ਜੀ ਨੇ ਸੱਦਿਆ, ਮੈਨੂੰ ਲੱਗਿਆ ਕਿ ਕੋਈ ਕੰਮ ਹੋਵੇਗਾ, ਲੇਕਿਨ ਆਪ ਜੀ ਨੇ ਮੇਰਾ ਨਾਮ ਅਤਾ ਪਤਾ ਪੁੱਛ ਕਰਕੇ ਮੈਨੂੰ ਕਹਿ ਦਿੱਤਾ ਕਿ ਤੂੰ ਵਾਪਸ ਚੱਲ ਜਾ। ਕੀ ਕੰਮ ਹੈ ਸਤਿਗੁਰੂ ਮਹਾਰਾਜ, ਮੈਂ ਨਾ ਕਰ। ਜਦੋਂ ਭਾਈ ਬੂੜਾ ਜੀ ਚੱਲ ਗਏ ਤੇ ਬਾਅਦ ਦੇ ਵਿੱਚ ਭਾਈ ਬਾਲਾ ਜੀ ਨੇ ਪੁੱਛਿਆ ਕਿ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਨੇ ਇਸ ਬੱਚੇ ਨੂੰ ਕਿਉਂ ਸੱਦਣਾ ਕੀਤਾ? ਕਿਉਂਕਿ ਕੋਈ ਅਜਨਬੀ ਬੰਦਾ ਜਿਹਨੂੰ ਆਪਾਂ ਪਹਿਲੀ ਵਾਰੀ ਮਿਲਦੇ ਹਾਂ ਤੇ ਉਹਨੂੰ ਬੁਲਾਓ, ਬੁਲਾ ਕਰਕੇ ਉਹਦਾ ਅਤਾ ਪਤਾ ਨਾਮ ਟਿਕਾਣਾ ਸਭ ਪੁੱਛ ਲਓ। ਉਹ ਤੋਂ ਬਾਅਦ ਉਹਨੂੰ ਕਹਿ ਦਿਓ ਕੋਈ ਗੱਲ ਨਹੀਂ ਹੈ ਭਾਈ, ਤੂੰ ਚੱਲ ਜਾ, ਕੋਈ ਕੰਮ ਨਹੀਂ ਹੈ। ਉਹਦੇ ਵੀ ਮਨ ਵਿੱਚ ਸ਼ੱਕ ਪੈਂਦਾ ਕਿ ਭਾਈ ਕੀ ਗੱਲ ਹੈ, ਫਲਾਣੇ ਨੇ ਮੈਨੂੰ ਬੁਲਾਇਆ, ਮੇਰਾ ਪੂਰਾ ਨਾਮ ਅਤਾ ਪਤਾ ਪੁੱਛਣਾ ਕੀਤਾ, ਫਿਰ ਕੋਈ ਗੱਲ ਨਹੀਂ ਕੀਤੀ, ਮੈਨੂੰ ਕਹਿ ਦਿੱਤਾ ਕਿ ਤੂੰ ਚੱਲ ਜਾ। ਤੇ ਭਾਈ ਬਾਲਾ ਜੀ ਨੇ ਵੀ ਪੁੱਛਿਆ, ਮਹਾਰਾਜ ਇਹ ਕੀ ਗੱਲ ਹੈ? ਤੇ ਆਪ ਜੀ ਨੇ ਕਿਉਂ ਉਹਨਾਂ ਨੂੰ ਉਸ ਬੱਚੇ ਨੂੰ ਸੱਦਣਾ ਕੀਤਾ? ਤਾਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਇਹ ਜੋ ਬੱਚਾ ਨਾ ਅੱਗੇ ਜਾ ਕਰਕੇ ਸਿੱਖੀ ਦਾ ਘਰ ਹੋਵੇਗਾ, ਇਹਦੇ ਮਨ ਦੇ ਵਿੱਚ ਕੋਈ ਵਿਕਾਰ ਇਹਨੂੰ ਨਹੀਂ ਛੂ ਸਕਣਗੇ। ਇਹਨੇ ਜੀਵਨ ਮੁਕਤ ਦੀ ਅਵਸਥਾ ਨੂੰ ਪ੍ਰਾਪਤ ਕਰਨਾ ਹੈ। ਆਪ ਤਾਂ ਇਹ ਬੱਚਾ ਜਿਹੜਾ ਇਹ ਤਾਂ ਤਰ ਜਾਵੇਗਾ, ਜਿਹੜਾ ਵੀ ਇਸ ਬੱਚੇ ਦੀ ਸੰਗਤ ਕਰੇਗਾ ਉਹਦਾ ਵੀ ਉਧਾਰ ਹੋ ਜਾਵੇਗਾ, ਉਹਨੇ ਵੀ ਤਰ ਜਾਣਾ ਹੈ। ਇਹ ਮਹਾਰਾਜ ਜੀ ਨੇ ਬਚਨ ਕੀਤਾ। ਅੱਗੋਂ ਭਾਈ ਬਾਲਾ ਜੀ ਸਤਿਗੁਰੂ ਮਹਾਰਾਜ ਜੀ ਨੂੰ ਕਿਸ ਤਰ੍ਹਾਂ ਬੇਨਤੀ ਕਰਦੇ ਹਨ, ਉਹ ਪਾਵਨ ਇਤਿਹਾਸ ਆਪਾਂ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕਰਨਾ ਕਰੀਏ। ਆਓ ਪਿਆਰਿਓ, ਸਤਿਗੁਰੂ ਮਹਾਰਾਜ ਜੀ ਦੇ ਦਰ ਤੇ, ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ ਚੌਪਈ ਮੈਂ ਬੋਲਿਓ ਜੇ ਵਹਿ ਐਸੋ। ਤਾਂ ਪਿਆਰਿਓ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਬੂੜੇ ਦੇ ਪ੍ਰਤੀ ਇਹ ਬਚਨ ਕਰਨਾ ਕੀਤਾ, ਕਿਹਾ ਕਿ ਇਹ ਸਿੱਖੀ ਦਾ ਘਰ ਹੋਵੇਗਾ, ਇਹਨੇ ਤਾਂ ਤਰ ਜਾਣਾ ਹੈ, ਤੇ ਨਾਲ ਜਿਨ੍ਹਾਂ ਨੇ ਵੀ ਭਾਈ ਬੂੜੇ ਦੀ ਸੰਗਤ ਕਰਨੀ ਹੈ ਉਹਨਾਂ ਨੇ ਵੀ ਸੰਸਾਰ ਸਾਗਰ ਤੋਂ ਤਰ ਜਾਣਾ। ਇਹ ਬਚਨ ਸੁਣ ਕਰਕੇ ਭਾਈ ਬਾਲਾ ਜੀ ਨੇ ਸਤਿਗੁਰੂ ਮਹਾਰਾਜ ਜੀ ਨੂੰ ਪੁੱਛਣਾ ਕੀਤਾ, ਕਿਉ ਸਸ਼ੰਕ ਪੁੱਛ ਕਾਰਜ ਕੈਸੋ। ਪੁੱਛਦੇ ਹਨ ਕਿ ਸਤਿਗੁਰੂ ਮਹਾਰਾਜ, ਜੇ ਇਹ ਬਚਨ ਆਪ ਜੀ ਦਾ ਸਹੀ ਹੈ ਤਾਂ ਉਹ ਬੱਚਾ ਜਿਹੜਾ ਹੈ ਉਹਦੇ ਮਨ ਵਿੱਚ ਸ਼ੰਕਾ ਕਿਉਂ ਸੀ? ਜੇ ਉਹਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਭਾਈ ਇਹ ਮੇਰੇ ਮੁਰਸ਼ਿਦ ਹਨ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ, ਇਹਨਾਂ ਦੇ ਕਰਕੇ ਮੇਰਾ ਉਧਾਰ ਹੋ ਜਾਵੇਗਾ, ਤਾਂ ਸਤਿਗੁਰੂ ਮਹਾਰਾਜ ਉਹਨੇ ਫਿਰ ਸ਼ੰਕਾ ਦੇ ਸਹਿਤ ਆਪ ਜੀ ਦੇ ਨਾਲ ਬਚਨ ਕਿਉਂ ਕਰਨਾ ਕੀਤਾ? ਇਹਦਾ ਕੀ ਕਾਰਨ ਹੈ? ਸੁਨ ਪੁਨ ਭਾਖਿਓ ਦਇਆ ਆਵਾਸਾ। ਸੁਣ ਕਰਕੇ ਭਾਈ ਬਾਲੇ ਦਾ ਬਚਨ ਦਇਆ ਦੇ ਘਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਹੈ। ਅਬ ਲਉ ਭਇਓ ਨ ਹਿਰਦੈ ਪ੍ਰਕਾਸ਼ਾ। ਸਤਿਗੁਰੂ ਜੀ ਕਹਿਣ ਲੱਗੇ ਕਿ ਹਾਲੇ ਤੱਕ ਭਾਈ ਇਹਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ, ਇਹ ਤਾਂ ਆਉਣ ਵਾਲੀ ਸੰਭਾਵਨਾ ਹੈ, ਇਸ ਤਰ੍ਹਾਂ ਇਹ ਭਾਣਾ ਵਰਤੇਗਾ, ਇਹ ਘਟਨਾ ਘਟੇਗੀ, ਇਹ ਅਵਸਥਾ ਤੱਕ ਇਸ ਬੱਚੇ ਨੇ ਪਹੁੰਚਣਾ ਹੈ, ਲੇਕਿਨ ਹੁਣ ਜੋ ਹੈ ਇਹਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ। ਬਿਗਸੇ ਕਮਲ ਤਬਹਿ ਲਿਹੁ ਪੇਖੀ। ਜਦੋਂ ਇਹ ਕਮਲ ਦਾ ਫੁੱਲ ਖਿਲ ਜਾਵੇਗਾ ਨਾ, ਤਾਂ ਭਾਈ ਬਾਲਿਆ ਤੂੰ ਆਪ ਵੇਖ ਲੈਣਾ ਕਰ ਇਹ ਬੱਚੇ ਦੀ ਕੀ ਅਵਸਥਾ ਪਹੁੰਚਦੀ ਹੈ, ਇਹਦੀ ਅਵਸਥਾ ਕੀ ਬਣ ਜਾਂਦੀ ਹੈ, ਕਿੰਨੀ ਜ਼ਿਆਦੀ ਸਿੱਖਾਂ ਦੇ ਵਿੱਚ ਇਸ ਬੱਚੇ ਦੀ ਮਨੌਤ ਹੋਵੇਗੀ। ਮਹਾਰਾਜ ਜੀ ਨੇ ਜੋ ਦ੍ਰਿਸ਼ਟਾਂਤ ਦਿੱਤਾ ਨਾ, ਕਮਲ ਦਾ ਫੁੱਲ ਜਦੋਂ ਪਿਓ ਨੇ ਫੁੱਲ ਬਣਨਾ, ਤੇ ਫੁੱਲ ਬਣ ਕਰਕੇ ਜਦੋਂ ਉਸ ਫੁੱਲ ਨੇ ਖਿੜ ਜਾਣਾ ਹੈ, ਤਾਂ ਪਿਆਰਿਓ ਉਹਦੇ ਵਿੱਚੋਂ ਮਹਿਕਾਂ ਉੱਠਣਗੀਆਂ, ਸੁਗੰਧੀਆਂ ਉੱਠਣਗੀਆਂ, ਤੇ ਉਹਨੇ ਫਿਰ ਸਾਰੇ ਇਲਾਕੇ ਨੂੰ ਖੁਸ਼ਬੂ ਦੇ ਨਾਲ ਭਰ ਦੇਣਾ। ਲੇਕਿਨ ਕਲੀ ਜਿਹੜੀ ਹੈ, ਕਲੀ ਤਾਂ ਬੰਦ ਹੁੰਦੀ ਹੈ, ਕਲੀ ਦੇ ਵਿੱਚੋਂ ਕੋਈ ਖੁਸ਼ਬੂ ਨਹੀਂ ਆਉਂਦੀ। ਲੇਕਿਨ ਕਈ ਜਿਹੜੇ ਅਣਜਾਣ ਹੁੰਦੇ ਹਨ, ਨਾ ਸਮਝ ਹੁੰਦੇ ਹਨ, ਉਹ ਕਹਿ ਦਿੰਦੇ ਕਿ ਭਾਈ ਅੱਜ ਕਲੀ ਹੈ ਤੇ ਕੱਲ ਇਹਨੇ ਕੀ ਫੁੱਲ ਖਿੜਨਾ, ਅੱਜ ਤਾਂ ਕੋਈ ਇਹਦੇ ਵਿੱਚ ਰਸ ਨਹੀਂ ਹੈ। ਲੇਕਿਨ ਪਿਆਰਿਓ, ਕਲੀ ਨੂੰ ਤੁਸੀਂ ਤੋੜ ਦਿਓ ਤੇ ਉਹ ਕਲੀ ਫਿਰ ਕਦੇ ਫੁੱਲ ਨਹੀਂ ਬਣ ਸਕਦੀ ਹੈ। ਕਹਿਣ ਦਾ ਭਾਵ ਕਿ ਜਿਹੜਾ ਫੁੱਲ ਬਣਦਾ ਨਾ, ਉਹਦੀ ਪਹਿਲੀ ਅਵਸਥਾ ਕਲੀ ਹੁੰਦੀ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ ਅੱਜ ਇਹ ਬੱਚਾ ਜੋ ਹੈ ਕਲੀ ਦੇ ਵਿੱਚ ਹੈ, ਕਲੀ ਦੀ ਅਵਸਥਾ ਦੇ ਵਿੱਚ ਹੈ, ਲੇਕਿਨ ਜਦੋਂ ਕੱਲ ਇਹਨੇ ਖਿੜ ਜਾਣਾ ਤਾਂ ਜਾ ਕਰਕੇ ਸਾਰੇ ਸੰਸਾਰ ਨੂੰ ਪਤਾ ਲੱਗੇਗਾ। ਦਿਵ ਦ੍ਰਿਸ਼ਟ ਜਹ ਹੋਏ ਵਿਸ਼ੇਖੀ। ਇਹਦੀ ਦ੍ਰਿਵ ਦ੍ਰਿਸ਼ਟ ਹੋਵੇਗੀ, ਭਾਵ ਕਿ ਦਿਵ ਦ੍ਰਿਸ਼ਟੀ ਦਾ ਇਹ ਬੱਚਾ ਮਾਲਕ ਹੋਵੇਗਾ। ਕਬ ਲਉ ਇਸਮੈ ਹੋਏ ਪ੍ਰਕਾਸ਼ਾ। ਸਤਿਗੁਰੂ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਫਿਰ ਪੁੱਛਦੇ ਹਨ, ਠੀਕ ਹੈ ਮਹਾਰਾਜ, ਆਪ ਜੀ ਦਾ ਬਚਨ ਮੈਂ ਮੰਨਦਾ ਹਾਂ, ਲੇਕਿਨ ਇਹ ਵੀ ਦੱਸਣਾ ਕਹਿਣਾ ਹਰ ਪ੍ਰਕਾਸ਼ ਦੇ ਮਨ ਵਿੱਚ, ਕਦੋਂ ਇਹਦੇ ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੋਵੇਗਾ। ਮੋਹਿ ਬਤਾਏ ਦੇਹ ਸੁਖ ਰਸ। ਇਹ ਸੁੱਖਾਂ ਦੇ ਰਾਸ ਸਤਿਗੁਰੂ ਜੀਓ ਮੈਨੂੰ ਆਪ ਜੀ ਦੱਸ ਦੇਣਾ ਕਰੋ। ਗੁਰ ਕਹਿ ਇਤੀ ਹੁਤੀ ਅਬਦੇਰਾ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਬਾਲਾ ਜੀ ਨੂੰ ਮਹਾਰਾਜ ਜੀ ਨੇ ਕਿਹਾ ਕਿ ਬਸ ਇੰਨੀ ਕੋ ਦੇਰ ਸੀ, ਬੋਲਨ ਮਿਲਨ ਦਰਸ ਕੋ ਹੇਰਾ। ਬਸ ਇਹ ਹੁਣ ਚਿੰਗਾਰੀ ਜਿਹੜੀ ਹੈ ਲੱਗ ਗਈ ਹੈ, ਹੁਣ ਇਹ ਦੀਵਾ ਜਿਹੜਾ ਜਗ ਗਿਆ ਹੈ। ਬੇਸ਼ੱਕ ਦੀਆ ਜਦੋਂ ਹੁੰਦਾ ਨਾ ਪਿਆਰਿਓ, ਆਪ ਜੀ ਵੇਖਣਾ ਕਰੋ, ਦੀਏ ਦੇ ਵਿੱਚ ਭਾਵੇਂ ਤੇਲ ਹੋਵੇ, ਦੀਆ ਹੋਵੇ, ਬਾਤੀ ਹੋਵੇ, ਲੇਕਿਨ ਉਹਨੂੰ ਤੁਸੀਂ ਜਦੋਂ ਤੱਕ ਅੱਗ ਦੇ ਨਾਲ ਉਹਨੂੰ ਸਪਰਸ਼ ਨਹੀਂ ਕਰਦੇ, ਅੱਗ ਜਦੋਂ ਤੱਕ ਪ੍ਰਚਲਿਤ ਨਹੀਂ ਹੁੰਦੀ ਹੈ, ਉਦੋਂ ਤੱਕ ਦੀਆ ਜਿਹੜਾ ਬੁਝਿਆ ਹੋਇਆ ਹੁੰਦਾ, ਬੰਦ ਹੁੰਦਾ, ਉਹ ਪ੍ਰਕਾਸ਼ਮਾਨ ਨਹੀਂ ਹੁੰਦਾ। ਬੇਸ਼ੱਕ ਉਹਦੇ ਵਿੱਚ ਸਭ ਹੋਵੇ, ਲੇਕਿਨ ਅੱਗ ਦਾ ਅਭਾਵ ਹੋਵੇ ਤਾਂ ਉਹ ਦੀਆ ਆਪਾਂ ਦੀਆ ਨਹੀਂ ਕਹਿ ਸਕਦੇ ਆ। ਲੇਕਿਨ ਇੱਕ ਵਾਰੀ ਉਹਦੇ ਵਿੱਚ ਲੌ ਜਗ ਜਾਵੇ ਤਾਂ ਪਿਆਰਿਓ ਉਹ ਦੀਆ ਜਿਹੜਾ ਹੈ ਚਾਨਣ ਮੁਨਾਰਾ ਕਰ ਜਾਂਦਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਬਸ ਇੰਨੀ ਕੋ ਦੇਰ ਸੀ, ਇਹਨੇ ਹੁਣ ਸਾਡੇ ਨਾਲ ਮਿਲਣਾ ਕੀਤਾ।
ਸਾਡੇ ਨਾਲ ਬਚਨ ਕਰਨਾ ਕੀਤਾ, ਸਾਡੇ ਇਹਨੇ ਦਰਸ਼ਨ ਕਰਨੇ ਕੀਤੇ। ਜਾਣ ਲਿਓ ਕਿ ਦੀਆ ਤਾਂ ਤਿਆਰ ਸੀ, ਲੇਕਿਨ ਅੱਜ ਲौ ਵੀ ਜਾਗ ਗਈ ਹੈ। ਜਿਸ ਤਰ੍ਹਾਂ ਕਿ ਮਹਾਰਾਜ ਜੀ ਨੇ ਕਮਲ ਫੁੱਲ ਦਾ ਜਿਹੜਾ ਦ੍ਰਿਸ਼ਟਾਂਤ ਦਿੱਤਾ ਨਾ, ਆਪ ਜੀ ਦੇਖੋ ਪਿਆਰਿਓ, ਜਾ ਕਰਕੇ ਕਮਲ ਦਾ ਫੁੱਲ ਸ਼ਾਮਾਂ ਨੂੰ ਬੰਦ ਹੋ ਜਾਂਦਾ, ਲੇਕਿਨ ਜਦੋਂ ਦਿਨ ਚੜ ਜਾਵੇ, ਜਦੋਂ ਸੂਰਜ ਦੀ ਟਿੱਕੀ ਚੜਦੀ ਹੈ, ਸੂਰਜ ਜਦੋਂ ਉਦੈ ਹੁੰਦਾ, ਉਸੇ ਵੇਲੇ ਉਹਦੀਆਂ ਕਿਰਨਾਂ ਜਦੋਂ ਕਮਲ ਫੁੱਲ ਦੇ ਉੱਤੇ ਪੈ ਜਾਂਦੀਆਂ, ਉਹ ਬੰਦ ਹੋਇਆ ਫੁੱਲ ਇੱਕਦਮ ਖਿੜ ਜਾਂਦਾ ਹੈ। ਇਸ ਤਰ੍ਹਾਂ ਹੀ ਇਹ ਫੁੱਲ ਜਿਹੜਾ ਬੰਦ ਸੀ, ਲੇਕਿਨ ਸਾਡੇ ਦਰਸ਼ਨ ਕਰਨ ਕਰਕੇ, ਸਾਡੇ ਨਾਲ ਮਿਲਣ ਕਰਕੇ, ਸਾਡੇ ਨਾਲ ਬਚਨ ਵਿਲਾਸ ਕਰਕੇ ਹੁਣ ਇਹ ਫੁੱਲ ਜਿਹੜਾ ਖਿੜ ਜਾਣਾ ਹੈ। ਭਲਕ ਬਿਲੋਕ ਹੋ ਕਸਵੈ ਠਾਟਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਜ਼ਿਆਦਾ ਸਮਾਂ ਨਹੀਂ ਹੈ, ਹੁਣ ਭਲਕੇ ਇਹਨਾਂ ਨੂੰ ਵੇਖਣਾ ਕਰ ਭਾਈ ਬਾਲਿਆ, ਇਹਦੀ ਠਾਠ ਬਾਠ ਕਿਸ ਤਰ੍ਹਾਂ ਹੋ ਜਾਵੇਗੀ। ਫੁੱਲ ਹੈ ਮੋਹ ਕੇ ਬਿਕਟ ਕਪਾਟਾ। ਇਹਦੇ ਮੋਹ ਦੇ ਬਿਕਟ ਕਪਾਟ ਜਿਹੜੇ ਹਨ ਇੱਕਦਮ ਖੁੱਲ ਜਾਣਗੇ। ਬਹਰੋ ਭੂਰ ਜਬੈ ਹੋਏ ਆਈ। ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਮਹਾਰਾਜ ਜੀ ਉੱਥੋਂ ਚੱਲ ਗਏ। ਤੇ ਲੇਕਿਨ ਪਿਆਰਿਓ ਜਦੋਂ ਦੂਜਾ ਦਿਨ ਚੜ ਕੇ ਆਇਆ, ਮਾਖਨ ਬਾਸਨ ਲੀਨ ਉਚਾਈ। ਭਾਈ ਬੂੜੇ ਨੇ ਕੀ ਕਰਨਾ ਕੀਤਾ, ਕਿਉਂਕਿ ਪਿਆਰਿਓ ਦੀਆ ਜਲ ਗਿਆ, ਹੁਣ ਰੌਸ਼ਨੀ ਆ ਗਈ ਹੈ, ਮਨ ਵਿੱਚ ਚਾਨਣ ਮੁਨਾਰਾ ਹੋ ਗਿਆ। ਹੁਣ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰਨ ਵਾਸਤੇ ਇੱਕ ਬਾਸਣ ਜਿਹੜਾ ਹੈ, ਇੱਕ ਪਤੀਲੇ ਦੇ ਵਿੱਚ ਇਹਨਾਂ ਨੇ ਘਿਓ ਲੈਣਾ ਕੀਤਾ। ਮਾਤ ਪਿਤਾ ਤੇ ਕਰਕੇ ਚੋਰੀ। ਕਿਉਂਕਿ ਪਤਾ ਸੀ ਕਿ ਮੈਂ ਆਪਣੀ ਮਾਤਾ ਪਿਤਾ ਨੂੰ ਦੱਸਾਂਗਾ ਤੇ ਉਹਨਾਂ ਨੇ ਨਾ ਕਰ ਚੋਰੀ। ਇਹਨਾਂ ਨੇ ਕੀ ਕਰਨਾ ਕੀਤਾ, ਆਪਣੇ ਮਾਤਾ ਪਿਤਾ ਤੋਂ ਇੱਕ ਬਾਸਨ ਪਤੀਲਾ ਭਰ ਕੇ ਘਿਓ ਲੈ ਲਿਆ। ਸਟਕਿਓ ਘਰ ਤੇ ਪ੍ਰਭ ਜਿਸ ਠੌਰੀ। ਜਿੱਥੇ ਸਤਿਗੁਰੂ ਮਹਾਰਾਜ ਜੀ ਬੈਠੇ ਹੋਏ ਸਨ, ਭਾਵ ਕਿ ਇੱਕ ਦਿਨ ਪਹਿਲਾਂ ਜਿੱਥੇ ਦਰਸ਼ਨ ਕੀਤੇ, ਤੇ ਅੱਜ ਉਹ ਪਤੀਲਾ ਲੈ ਕਰਕੇ ਮੱਖਣ ਦਾ ਘਿਓ ਦਾ ਬਾਬਾ ਬੂੜਾ ਸਾਹਿਬ ਜੀ ਉੱਥੇ ਪਹੁੰਚ ਗਏ। ਤੂਰਨ ਬੂੜਾ ਪੁਰ ਕਰਤਾਰਾ। ਤੁਰੰਤ ਬਾਬਾ ਬੂੜਾ ਜੀ ਕਰਤਾਰਪੁਰ ਸਾਹਿਬ ਦੇ ਵਿੱਚ ਆ ਗਏ ਹਨ। ਆਏ ਬਿਲੋਕੇ ਮੋਖ ਉਦਾਰਾ। ਆ ਕਰਕੇ ਮੋਖ ਉਦਾਰਾ, ਮੁਕਤੀ ਦਾਤੇ ਨੂੰ ਜਦੋਂ ਵੇਖਣਾ ਕੀਤਾ, ਸਤਿਗੁਰਾਂ ਦੇ ਦਰਸ਼ਨ ਕੀਤੇ। ਮਾਖਨ ਬਾਸਨ ਅਗਰਜ ਧਰ ਕੇ। ਉਹ ਮੱਖਣ ਦਾ ਜੋ ਭਾਂਡਾ ਹੈ ਨਾ, ਬਾਬਾ ਬੂੜਾ ਜੀ ਨੇ ਉਹਨੂੰ ਅੱਗੇ ਧਰਨਾ ਕੀਤਾ, ਦਰਸ਼ਨੀ ਭੇਟਾ ਅਰਪਣ ਕਰਨਾ ਕੀਤਾ। ਬੈਠਿਓ ਨਿਕਟ ਬੰਦਨਾ ਕਰਕੇ। ਫਿਰ ਆਪਣੀ ਭੇਟਾ ਅਰਪਣ ਕਰਕੇ ਬੰਦਨਾ ਕੀਤੀ ਹੈ, ਮੱਥਾ ਟੇਕ ਕਰਕੇ ਮਹਾਰਾਜ ਜੀ ਦੇ ਲਾਗੇ ਬੈਠ ਗਏ। ਮੁਸਕਾਨੇ ਪ੍ਰਭ ਬਚਨ ਅਲਾਇਓ। ਸਤਿਗੁਰੂ ਮਹਾਰਾਜ ਜੀ ਨੇ ਮੁਸਕਰਾ ਕਰਕੇ ਬਚਨ ਉਚਾਰਨ ਕੀਤਾ। ਮਾਖਨ ਬਾਸਨ ਕਹਿਤੇ ਲਿਆਇਓ। ਸਤਿਗੁਰੂ ਜੀ ਕਹਿਣ ਲੱਗੇ, ਬੇਟਾ ਇਹ ਮੱਖਣ ਦਾ ਭਾਂਡਾ ਤੂੰ ਕਿਉਂ ਲੈ ਕੇ ਆਇਆ ਹੈ। ਸੁਨਹੁ ਤਪਾ ਜੀ ਰਾਵਰ ਹੇਤਾ। ਆਗੋਂ ਭਾਈ ਬੂੜਾ ਜੀ ਕਹਿਣ ਲੱਗੇ, ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕਰਕੇ ਕਹਿੰਦੇ, ਤਪਾ ਜੀ। ਕਿਉਂਕਿ ਸਤਿਗੁਰੂ ਮਹਾਰਾਜ ਜੀ ਨੂੰ ਪਿਆਰਿਓ ਆਮ ਸੰਗਤਾਂ ਕੋਈ ਤਪਾ ਜੀ ਕਹਿੰਦਾ ਸੀ, ਕੋਈ ਸਤਿਗੁਰੂ ਜੀ ਬੋਲਦਾ, ਕੋਈ ਗੁਰੂ ਜੀ ਬੋਲਦਾ, ਕੋਈ ਧੰਨ ਨਿਰੰਕਾਰੀ ਜੀ, ਕੋਈ ਨਾਨਕ ਨਿਰੰਕਾਰੀ ਕਰਕੇ ਮਹਾਰਾਜ ਜੀ ਨੂੰ ਸੰਬੋਧਨ ਕਰਿਆ ਕਰਦੇ ਸਨ। ਤੇ ਤਪਾ ਜੀ ਦਾ ਮਤਲਬ ਜਿਹੜੇ ਤਪ ਕਰਨ ਵਾਲੇ ਮਹਾਂਪੁਰਖਾਂ ਨੂੰ ਤਪਾ ਜੀ, ਕਿਉਂਕਿ ਇਹ ਸ਼ਬਦ ਜਿਹੜਾ ਨਾ ਤਪਾ ਜੀ ਹੁਣ ਪਿਆਰਿਓ ਬਹੁਤ ਜ਼ਿਆਦਾ ਘਟ ਗਿਆ। ਪਹਿਲੇ ਜ਼ਮਾਨਿਆਂ ਦੇ ਵਿੱਚ ਇਹ ਬਹੁਤਾਤ ਦੇ ਵਿੱਚ ਜ਼ਿਆਦਾ ਕਰਕੇ ਜਿਹੜੇ ਮਹਾਂਪੁਰਖ ਬ੍ਰਹਮ ਗਿਆਨੀ ਪੂਰਨ ਸਾਧ ਹੁੰਦੇ ਸਨ, ਉਹਨਾਂ ਦੇ ਪ੍ਰਤੀ ਇਹ ਉਚਾਰਨ ਕੀਤਾ ਜਾਂਦਾ ਸੀ ਤਪਾ ਜੀ ਕਰਕੇ। ਤੇ ਭਾਈ ਬੂੜੇ ਨੇ ਬਚਨ ਕੀਤਾ ਕਿ ਆ ਤਪਾ ਜੀ ਸੁਣਨਾ ਕਰੋ। ਕ੍ਰਿਤ ਆਨਿਓ ਮੈਂ ਆਪਨ ਨਿਕੇਤਾ। ਆਪ ਜੀ ਦੀ ਸੇਵਾ ਕਰਨ ਵਾਸਤੇ ਮਹਾਰਾਜ ਮੈਨੇ ਆਪਣੇ ਘਰੋਂ ਘਿਓ ਲੈ ਕੇ ਆਉਣਾ ਕੀਤਾ, ਕਿਉਂਕਿ ਕੱਲ ਆਪ ਜੀ ਦੇ ਦਰਸ਼ਨ ਹੋਏ ਤੇ ਮੈਨੂੰ ਪਤਾ ਸੀ ਕਿ ਜਦੋਂ ਕਿਸੇ ਮਹਾਂਪੁਰਖਾਂ ਨੂੰ ਸਤਿਗੁਰਾਂ ਨੂੰ ਮਿਲਣ ਵਾਸਤੇ ਜਾਈਦਾ ਨਾ, ਖਾਲੀ ਹੱਥ ਨਹੀਂ ਜਾਣਾ ਚਾਹੀਦਾ, ਕੋਈ ਨਾ ਕੋਈ ਦਰਸ਼ਨੀ ਭੇਟਾ ਅਰਪਣ ਕਰਨੀ ਚਾਹੀਦੀ ਹੈ। ਮੇਰੇ ਕੋਲ ਤਾਂ ਕੁਝ ਵੀ ਨਹੀਂ ਸੀ, ਆ ਘਰ ਦੇ ਵਿੱਚ ਘਿਓ ਪਿਆ ਹੋਇਆ, ਮੇਰੇ ਮਨ ਵਿੱਚ ਆਇਆ ਕਿ ਮੈਂ ਕੱਲ ਖਾਲੀ ਹੱਥ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਅੱਜ ਮਹਾਰਾਜ ਉਹ ਭੇਟਾ ਲੈ ਕਰਕੇ ਮੈਂ ਆਪ ਜੀ ਦੇ ਕੋਲ ਆਇਆ ਹਾਂ। ਦਰਸ ਸੰਤ ਗੁਰ ਛੂਛ ਨਾ ਜਾਣਾ। ਕਿਉਂਕਿ ਸਿਆਣੇ ਕਹਿੰਦੇ ਕਿ ਜਦੋਂ ਵੀ ਮਹਾਂਪੁਰਖਾਂ ਦੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਜਾਈਦਾ ਨਾ,
ਤੇ ਯਥਾ ਸ਼ਕਤ ਭੇਟਾ ਅਰਪਣ ਕਰਨੀ ਚਾਹੀਦੀ ਹੈ। ਇਹ ਪਿਆਰਿਓ ਭਾਵਨਾ ਦੀ ਗੱਲ ਹੈ। ਜੇ ਕੁਝ ਵੀ ਨਹੀਂ ਹੈ ਤਾਂ ਆਪਾਂ ਸ਼ਰਧਾ ਦੇ ਫੁੱਲ ਤਾਂ ਭੇਟ ਕਰ ਸਕਦੇ ਹਾਂ, ਲੇਕਿਨ ਗੁਰੂ ਘਰ ਦੇ ਵਿੱਚ ਪਿਆਰਿਓ ਇੱਥੇ ਬਾਹਰੀ ਪਦਾਰਥ ਵੀ ਤੁਸੀਂ ਚੜਾਓ ਤਾਂ ਵੀ ਤੁਹਾਡਾ ਭਲਾ ਹੈ। ਲੇਕਿਨ ਤੁਹਾਡੇ ਕੋਲ ਕੁਝ ਵੀ ਨਹੀਂ ਹੈ, ਗੁਰੂ ਸਤਿਗੁਰੂ ਮਹਾਰਾਜ ਕਦੇ ਮੰਗਦੇ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਹੈ ਸਿੱਖਾ, ਜੇ ਤੇਰੇ ਕੋਲ ਕੁਝ ਵੀ ਨਹੀਂ ਹੈ ਤਾਂ ਤੂੰ ਸ਼ਰਧਾ ਦੇ ਫੁੱਲ ਤਾਂ ਚੜਾ ਸਕਦਾ, ਸ਼ਰਧਾ ਨੂੰ ਤਾਂ ਅਰਪਣ ਕਰ ਸਕਦਾ। ਇਸ ਕਰਕੇ ਪਿਆਰਿਓ ਜਦੋਂ ਵੀ ਜਾਈਦਾ ਨਾ ਗੁਰੂ ਘਰ ਦੇ ਵਿੱਚ ਤਾਂ ਕਈ ਵਾਰੀ ਆਪਾਂ ਕੀ ਕਰਦੇ ਹਾਂ, ਕੋਈ ਪਦਾਰਥ ਕੋਈ ਮਾਇਆ ਅਰਪਣ ਕਰਦੇ ਹਾਂ। ਠੀਕ ਹੈ ਪਿਆਰਿਓ, ਯਥਾ ਸ਼ਕਤ ਗੁਰੂ ਘਰ ਦੀ ਸੇਵਾ ਕਰਨੀ ਚਾਹੀਦੀ ਹੈ, ਲੇਕਿਨ ਇਹ ਵੀ ਨਾ ਸਮਝਣਾ ਕਰੋ ਕਿ ਭਾਈ ਸਾਡੇ ਕੋਲ ਤਾਂ ਕੋਈ ਭੇਟਾ ਨਹੀਂ ਹੈ, ਅਸੀਂ ਕੀ ਅਰਪਣ ਕਰਨਾ ਕਰੀਏ। ਤਾਂ ਪਿਆਰਿਓ ਸਭ ਤੋਂ ਉੱਚੀ ਭੇਟਾ, ਸਭ ਤੋਂ ਸੁੱਚੀ ਭੇਟਾ ਜੋ ਹੈ ਸ਼ਰਧਾ। ਜਦੋਂ ਆਪਾਂ ਸ਼ਰਧਾ ਦੇ ਸੁਮਨ ਭਾਵ ਕੇ ਸ਼ਰਧਾ ਨੂੰ ਜਦੋਂ ਅਰਪਣ ਕਰਕੇ ਸ਼ਰਧਾ ਭਾਵਨਾ ਦੇ ਨਾਲ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਆ ਕਰਕੇ ਮੱਥਾ ਟੇਕਦੇ ਹਾਂ ਤਾਂ ਪਿਆਰਿਓ ਸਾਡੀ ਯਾਤਰਾ ਸਫਲੀ ਹੋ ਜਾਂਦੀ ਹੈ। ਅਸ ਵਿਚਾਰ ਉਰ ਬਿਖੈ ਉਠਾਨਾ। ਇਸ ਤਰ੍ਹਾਂ ਦਾ ਵਿਚਾਰ ਭਾਈ ਬੂੜਾ ਜੀ ਕਹਿੰਦੇ ਮੈਨੇ ਆਪਣੇ ਮਨ ਦੇ ਵਿੱਚ ਉਠਾਉਣਾ ਕੀਤਾ, ਮੇਰੇ ਅੱਜ ਮੈਂ ਉਹ ਦਰਸ਼ਨੀ ਭੇਟਾ ਲੈ ਕੇ ਆਇਆ ਹਾਂ। ਉਹ ਬਾਲਕ ਹੈ ਲਘੂ ਤਨ ਤੇਰਾ। ਸਤਿਗੁਰੂ ਜੀ ਕਹਿਣ ਲੱਗੇ ਬੇਟਾ ਤੇਰੀ ਆਰਬਲਾ ਤਾਂ ਬਹੁਤ ਛੋਟੀ ਹੈ। ਨਿਸ਼ਚੈ ਕਰ ਕੋ ਘਰ ਨਿਜ ਹੇਰਾ। ਤੂਨੇ ਆ ਨਿਸ਼ਚਾ ਜਿਹੜਾ ਹੈ ਧਾਰਨ ਕਰਨਾ ਕੀਤਾ, ਵੇਖ ਲਿਆ ਆਪਣਾ ਘਰ ਜਿਸ ਮਹਿ ਫਸ ਕੇ ਨਿਕਸਨ ਭਾਰੀ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਇਹ ਜੋ ਮੋਹ ਮਾਇਆ ਦੇ ਬੰਧਨ ਹਨ, ਪਰਿਵਾਰ ਦੇ ਬੰਧਨ ਹਨ, ਇੱਕ ਵਾਰੀ ਜਿਹੜਾ ਇਹਦੇ ਵਿੱਚ ਫਸ ਜਾਵੇ ਨਾ ਮੋਹ ਮਾਇਆ ਦੇ ਵਿੱਚ, ਫਿਰ ਬਾਅਦ ਦੇ ਵਿੱਚ ਨਿਕਲਣਾ ਬਹੁਤ ਕਠਿਨ ਹੁੰਦਾ। ਜਾਲ ਮੀਨ ਕੀ ਰੀਤ ਵਿਚਾਰੀ। ਸਤਿਗੁਰੂ ਜੀ ਕਹਿਣ ਲੱਗੇ ਇਹ ਤਾਂ ਜਾਲ ਤੇ ਮੀਨ, ਮੀਨ ਦਾ ਮਤਲਬ ਕਿ ਮੱਛੀ। ਜਿਸ ਤਰ੍ਹਾਂ ਕਿ ਮੱਛੀ ਇੱਕ ਵਾਰੀ ਜਾਲ ਦੇ ਵਿੱਚ ਫਸ ਜਾਵੇ, ਉਹ ਮੱਛੀ ਪਿਆਰਿਓ ਫਿਰ ਨਹੀਂ ਨਿਕਲ ਸਕਦੀ ਹੈ, ਉਹਨੇ ਫਿਰ ਜ਼ਰੂਰ ਮਰਨਾ, ਉਹਦੇ ਵਿੱਚ ਹੀ ਅੜਕ ਕਰਕੇ ਆਪਣਾ ਜੀਵਨ ਉਹ ਬਰਬਾਦ ਕਰ ਦਿੰਦੀ ਹੈ, ਖਤਮ ਕਰ ਦਿੰਦੀ ਹੈ। ਸਿਸ ਕਹੇ ਮਾਤ ਪਿਤਾ ਕਰ ਜੋ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਅੱਗੋਂ ਬਾਬਾ ਬੂੜਾ ਜੀ ਕਹਿੰਦੇ ਹਨ ਕਿ ਸਤਿਗੁਰੂ ਮਹਾਰਾਜ ਮੇਰੀ ਮਾਤਾ ਪਿਤਾ ਜੋ ਹਨ, ਮੈਂ ਪਹਿਚਾਨਿਓ ਆਪਣੋ ਸੋ। ਮੈਂ ਉਹਨਾਂ ਨੂੰ ਆਪਣਾ ਕਰਕੇ ਪਹਿਚਾਨਣਾ ਕੀਤਾ ਕਿ ਇਹ ਮੇਰੀ ਮਾਤਾ ਹੈ, ਇਹ ਮੇਰਾ ਪਿਤਾ ਹੈ ਕਰਕੇ। ਤਹਿ ਤੇ ਮਾਖਨ ਬਾਸਨ ਲੀਨੋ। ਤੇ ਉਹਨਾਂ ਤੋਂ ਹੀ ਸਤਿਗੁਰੂ ਮਹਾਰਾਜ, ਕਿਉਂਕਿ ਉਹ ਮੇਰੇ ਹਨ, ਤੇ ਜਿਹੜਾ ਜਿੱਥੇ ਪਿਆਰਿਓ ਮੈਂ ਪੁਣਾ ਆ ਜਾਵੇ, ਮੇਰੇ ਦੀ ਗੱਲ ਆ ਜਾਵੇ ਨਾ, ਤਾਂ ਫਿਰ ਪਿਆਰਿਓ ਉਥੇ ਮੰਗੀ ਦਾ ਥੋੜੀ ਹੈ, ਉਹ ਤਾਂ ਫਿਰ ਆਪਣਾ ਪੂਰਾ ਹੱਕ ਹੁੰਦਾ। ਜੋ ਠਾਕੁਰ ਕਾ ਸੋ ਸੇਵਕ ਕਾ, ਠਾਕੁਰ ਸੇਵਕ ਹੀ ਸੰਗ ਮਾਹਰ ਜੀਓ। ਜੋ ਵੀ ਪਿਆਰਿਓ ਮਾਲਕ ਦਾ ਠਾਕੁਰ ਦਾ ਹੁੰਦਾ ਤੇ ਉਹ ਵਸਤੂ ਜਿਹੜੀ ਹੈ ਸੇਵਕ ਦੇ ਹੱਥ ਦੇ ਵਿੱਚ ਆਉਂਦੀ ਹੈ, ਸੇਵਕ ਦਾ ਉਹਦੇ ਉੱਤੇ ਹੱਕ ਹੁੰਦਾ ਹੈ। ਇਸ ਤਰ੍ਹਾਂ ਘਰਾਂ ਦੇ ਵਿੱਚ ਵੀ ਜਿਸ ਤਰ੍ਹਾਂ ਕਿ ਮਾਤਾ ਪਿਤਾ ਦੀ ਕੋਈ ਵਸਤੂ ਹੁੰਦੀ ਹੈ, ਉਹਨਾਂ ਦੀ ਕੀਤੀ ਹੋਈ ਕਮਾਈ, ਪਦਾਰਥ ਆਦਿਕ, ਜ਼ਮੀਨ ਜਾਇਦਾਦ ਆਦਿਕ, ਉਹਦਾ ਪ੍ਰਬਲ ਦਾਅਵੇਦਾਰ ਸਭ ਤੋਂ ਪਹਿਲਾਂ ਉਹਨਾਂ ਦੇ ਬੱਚੇ ਹੁੰਦੇ ਹਨ। ਤੇ ਭਾਈ ਬੂੜਾ ਜੀ ਕਹਿਣ ਲੱਗੇ ਮਹਾਰਾਜ ਉਹ ਮੇਰਾ ਪਰਿਵਾਰ ਹੈ, ਇਸ ਕਰਕੇ ਮਹਾਰਾਜ ਉਹਨਾਂ ਨੂੰ ਕੀ ਪੁੱਛਣਾ, ਮੈਂ ਉਂਝੀ ਲੈ ਕੇ ਆਇਆ। ਆਨ ਉਪਾਇਨ ਤੁਮਰੇ ਕੀਨੋ। ਉਹ ਭੇਟਾ ਲਿਆ ਕਰਕੇ ਸਤਿਗੁਰੂ ਮਹਾਰਾਜ ਮੈਨੇ ਆਪ ਜੀ ਦੇ ਅੱਗੇ ਅਰਪਣ ਕੀਤਾ। ਭੂਰ ਉਠਤ ਵੀ ਚੌਪ ਨਵੀਨੀ। ਭਾਈ ਬੂੜਾ ਜੀ ਕਹਿੰਦੇ ਪਤਾ ਨਹੀਂ ਸਤਿਗੁਰੂ ਮਹਾਰਾਜ ਕੱਲ ਆਪ ਜੀ ਦੇ ਜਦੋਂ ਦਰਸ਼ਨ ਕਰਨੇ ਕੀਤੇ, ਦਰਸ਼ਨ ਕਰਕੇ ਜਦੋਂ ਮੈਂ ਰਾਤ ਨੂੰ ਘਰ ਨੂੰ ਚੱਲ ਗਿਆ, ਵਿਸ਼ਰਾਮ ਕਰਨਾ ਕੀਤਾ, ਸਾਰੀ ਰਾਤ ਸਤਿਗੁਰੂ ਮਹਾਰਾਜ ਮੇਰੇ ਮਨ ਦੇ ਵਿੱਚ ਇਹੀ ਵਲਵਲਾ ਰਿਹਾ। ਆਈ ਬਚਨ ਜਿਹੜੇ ਮੇਰੇ ਮਨ ਦੇ ਵਿੱਚ, ਦਿਮਾਗ ਦੇ ਵਿੱਚ ਚੱਲਦੇ ਰਹੇ ਹਨ ਕਿ ਮੈਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ, ਲੇਕਿਨ ਮੈਂ ਤਾਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਖਾਲੀ ਹੱਥ ਚੱਲ ਗਿਆ, ਮੈਨੇ ਕੋਈ ਭੇਟਾ ਅਰਪਣ ਨਹੀਂ ਕਰਨੀ ਕੀਤੀ। ਇਸ ਕਰਕੇ ਮਹਾਰਾਜ ਜਦੋਂ ਨੀਂਦ ਤੋਂ ਮੈਂ ਜਾਗਰਤ ਹੋਇਆ, ਮੇਰੀਆਂ ਅੱਖਾਂ ਜਦੋਂ ਖੁੱਲਣੀਆਂ ਕੀਤੀਆਂ ਤੇ ਸਭ ਤੋਂ ਪਹਿਲੇ ਇਹੀ ਚਾਅ ਚੜਿਆ, ਇਹੀ ਸਭ ਤੋਂ ਪਹਿਲਾ ਵਿਚਾਰ ਆਇਆ ਕਿ ਮਨਾ
ਕੱਲ ਤਾਂ ਮਹਾਰਾਜ ਜੀ ਦੀ ਸੇਵਾ ਤੋਂ ਮੈਂ ਵਾਂਝਾ ਰਹਿ ਗਿਆ, ਕੋਈ ਗੱਲ ਨਹੀਂ ਹੈ, ਅੱਜ ਫਿਰ ਸਵਸਤੇ ਘਰੋਂ ਕੋਈ ਪਦਾਰਥ ਲੈ ਕਰਕੇ ਜਾਵਾਂ। ਸਤਿਗੁਰੂ ਮਹਾਰਾਜ ਆਪ ਜੀ ਦੇ ਅੱਗੇ ਮਰਿਆਦਾ ਪੂਰਵਕ ਭੇਟਾ ਰੱਖ ਕਰਕੇ ਮੈਂ ਮੱਥਾ ਟੇਕਣਾ ਕਰਾਂ। ਇਹ ਮਹਾਰਾਜ ਦਿਨ ਤੋਂ ਹੀ ਮੇਰੇ ਮਨ ਦੇ ਵਿੱਚ ਚਾਹ ਚੜਿਆ ਹੋਇਆ ਹੈ। ਆਵਨ ਲਗੇ ਨ ਸੁਧ ਕਿਸ ਦੀਨੀ, ਮੈਨੂੰ ਕੋਈ ਖਬਰ ਵੀ ਨਹੀਂ ਦਿੱਤੀ ਹੈ ਤੇ ਨਾ ਮੈਨੇ ਕਿਹਨੂੰ ਖਬਰ ਦਿੱਤੀ ਹੈ। ਕਿਉਂਕਿ ਪਿਆਰਿਓ, ਜਿੱਥੇ ਪ੍ਰੇਮ ਲੱਗ ਜਾਵੇ, ਇਸ਼ਕ ਲੱਗ ਜਾਵੇ ਨਾ, ਤਾਂ ਪਿਆਰਿਓ ਫਿਰ ਕਹਿਣ ਕਹਾਉਣ ਦੀ ਗੱਲ ਨਹੀਂ ਹੁੰਦੀ ਹੈ। ਬੰਦਾ ਖੁਦ ਬਾ ਖੁਦ ਉਸ ਪਾਸੇ ਖਿੱਚਿਆ ਚਲਿਆ ਜਾਂਦਾ। ਜਿਸ ਤਰ੍ਹਾਂ ਕਿ ਜਿਹੜਾ ਲੋਚੰਬਕ ਹੁੰਦਾ ਤੇ ਉਹਦੇ ਅੱਗੇ ਲੋਹਾ ਰੱਖ ਦਿਓ ਨਾ, ਤੇ ਲੋਹਾ ਉਹਨੂੰ ਲੋਚੰਬਕ ਜਿਹੜਾ ਉਹ ਪੁੱਛਦਾ ਨਹੀਂ ਹੈ ਕਿ ਭਾਈ ਇੱਥੇ ਆ, ਮੈਂ ਤੈਨੂੰ ਖਿੱਚਦਾ। ਉਹਦੀ ਕਸ਼ਿਸ਼ ਹੀ ਪਿਆਰਿਓ ਇੰਨੀ ਜ਼ਿਆਦੀ ਹੁੰਦੀ ਹੈ, ਉਹਦੀ ਸ਼ਕਤੀ ਆਕਰਸ਼ਣ ਦੀ ਇੰਨੀ ਜ਼ਿਆਦੀ ਹੁੰਦੀ ਹੈ, ਉਹ ਦੂਰੋਂ ਹੀ ਲੋਹੇ ਨੂੰ ਖਿੱਚ ਲੈਂਦਾ, ਆਪਣੇ ਵੱਲ ਆਕਰਸ਼ਿਤ ਕਰ ਲੈਂਦਾ। ਭਾਈ ਬੂੜਾ ਜੀ ਕਹਿਣ ਲੱਗੇ, ਸਤਿਗੁਰੂ ਮਹਾਰਾਜ ਪਤਾ ਨਹੀਂ ਕੱਲ ਆਪ ਜੀ ਦੇ ਦਰਸ਼ਨ ਕੀਤੇ, ਦਰਸ਼ਨ ਦੇਖਤ ਸੁਧ ਕੀ ਨਾ ਸੁਧ ਰਹੀ, ਬੁੱਧ ਧਿਆਨ ਕੋ ਨਾ ਧਿਆਨ ਰਹਿਓ, ਰਤ ਮੈਂ ਨਾ ਰਹੀ ਪਤ, ਰਤ ਮਤ ਪਤ ਮੈਂ। ਕਿ ਮੈਂ ਜਦੋਂ ਆਪ ਜੀ ਦੇ ਦਰਸ਼ਨ ਕਰਨੇ ਕੀਤੇ, ਸਤਿਗੁਰੂ ਮਹਾਰਾਜ ਮੇਰੇ ਹਿਰਦੈ ਸੁਧ ਬੁੱਧ ਵਿਸਰ ਗਈ, ਮਨ ਆਸਾ ਚਿੰਤ ਵਿਸਾਰੀਆ, ਗੁਰ ਸੁੰਦਰ ਮੋਹਨ ਪਾਏ ਕਰੇ, ਹਰ ਪ੍ਰੇਮ ਬਾਣੀ ਮਨ ਮਾਰਿਆ। ਕਿ ਸਤਿਗੁਰੂ ਮਹਾਰਾਜ ਆਪ ਜੀ ਦੇ ਦਰਸ਼ਨ ਕਰਨ ਕਰਕੇ ਮੇਰੇ ਹਿਰਦੇ ਦੇ ਵਿੱਚੋਂ ਸੁਧ ਬੁੱਧ ਜਿਹੜੀ ਆ ਖਤਮ ਹੋ ਗਈ। ਦੋਹਰਾ ਭੂ ਬਾਲਕ ਪਿਤ ਮਾਤ ਤੇ ਆਨਿਉ ਕ੍ਰਿਤ ਚੁਰਾਇ। ਸਤਿਗੁਰੂ ਮਹਾਰਾਜ ਅੱਗੇ ਪਰੀਖਿਆ ਲੈਂਦੇ ਹਨ। ਸਤਿਗੁਰੂ ਜੀ ਭਾਈ ਬੂੜੇ ਨੂੰ ਕਹਿੰਦੇ ਕਿ ਬੇਟਾ ਤੂਨੇ ਇਹ ਕੰਮ ਗਲਤ ਕਰਨਾ ਕੀਤਾ। ਚੱਲ ਕੋਈ ਗੱਲ ਨਹੀਂ ਹੈ, ਮਾਤਾ ਪਿਤਾ ਦੇ ਜੋ ਪਦਾਰਥ ਹੁੰਦੇ ਹਨ ਉਹਦੇ ਉੱਤੇ ਬੱਚੇ ਦਾ ਅਧਿਕਾਰ ਹੁੰਦਾ, ਲੇਕਿਨ ਤੈਨੂੰ ਪੁੱਛ ਕੇ ਲੈ ਕੇ ਆਉਣਾ ਚਾਹੀਦਾ ਸੀ, ਤੂੰ ਪੁੱਛਿਆ ਨਹੀਂ। ਇਹਦਾ ਮਤਲਬ ਤੂਨੇ ਇਹ ਘਿਓ ਜਿਹੜਾ ਘਰੋਂ ਚੁਰਾ ਕੇ ਲੈ ਕੇ ਆਉਣਾ ਕੀਤਾ। ਬਹਰੂ ਜੇ ਕਰ ਜਾਵਈ ਮਾਰਹਿ ਤੋਹਿ ਰਿਸਾ। ਕੋਈ ਗੱਲ ਨਹੀਂ ਹੈ, ਆ ਚੋਰੀ ਕਰਕੇ ਤਾਂ ਲੈ ਕੇ ਆ ਗਿਆ, ਲੇਕਿਨ ਹੁਣ ਵਾਪਸ ਤੂੰ ਘਰ ਨੂੰ ਜਾਵੇਗਾ ਨਾ, ਤੇਰੇ ਮਾਤਾ ਤੇ ਪਿਤਾ ਨੇ ਤੈਨੂੰ ਮਾਰਨਾ ਹੈ, ਤੈਨੂੰ ਫੜ ਕਰਕੇ ਕੁੱਟਣਾ, ਤੈਨੂੰ ਕਹਿਣਾ ਕਿ ਬੇਟਾ ਘਿਓ ਲੈ ਕੇ ਚੱਲ ਗਿਆ, ਕਿਉਂ ਲੈ ਕੇ ਗਿਆ, ਕਿਹਨੂੰ ਪੁੱਛ ਕੇ ਗਿਆ ਕਰਕੇ। ਚੌਪਈ ਇਹ ਮਾਖਨ ਹਮ ਲੇਵਹਿ ਨਾਹੀ। ਸਤਿਗੁਰੂ ਜੀ ਕਹਿਣ ਲੱਗੇ, ਬੇਟਾ ਆ ਜੋ ਮੱਖਣ ਲੈ ਕੇ ਆਉਣਾ ਕੀਤਾ, ਇਹ ਦਰਸ਼ਨੀ ਪੇਟਾ ਅਸਾਂ ਨੇ ਨਹੀਂ ਲੈਣੀ ਹੈ। ਗਮਨੁ ਲੈ ਆਪਣੇ ਘਰ ਮਾਹੀ। ਕੋਈ ਗੱਲ ਨਹੀਂ ਆ, ਜਿਸ ਤਰ੍ਹਾਂ ਇਹ ਲੈ ਕੇ ਆਇਆ ਨਾ, ਉਂਝ ਹੀ ਤੂੰ ਲੈ ਕਰਕੇ ਵਾਪਸ ਆਪਣੇ ਘਰ ਨੂੰ ਚੱਲ ਜਾ। ਪਹੁੰਚਿਓ ਹਮਕੋ ਤੈਂ ਜੋ ਲਿਆਏ। ਬਸ ਜੋ ਤੂੰ ਦਰਸ਼ਨੀ ਭੇਟਾ ਲੈ ਕੇ ਆਇਆ ਸੀ ਨਾ, ਤੂਨੇ ਦੇ ਦਿੱਤਾ ਤੇ ਉਹ ਸਾਡੇ ਤੱਕ ਪਹੁੰਚ ਗਈ ਹੈ। ਕਿਉਂਕਿ ਪਿਆਰਿਓ, ਪਦਾਰਥ ਕਦੇ ਵੀ ਗੁਰੂ ਘਰ ਤੱਕ, ਪਰਮਾਤਮਾ ਤੱਕ, ਗੁਰੂ ਤੱਕ ਨਹੀਂ ਪਹੁੰਚਦੇ। ਬੇਸ਼ੱਕ ਪਦਾਰਥ ਤਾਂ ਇੱਕ ਜ਼ਰੀਆ ਹੁੰਦਾ, ਪਦਾਰਥ ਤਾਂ ਪਿਆਰਿਓ ਬਾਹਰ ਹੀ ਰਹਿ ਜਾਂਦੇ, ਸੰਸਾਰ ਦੇ ਵਿੱਚ ਰਹਿ ਜਾਂਦੇ, ਲੇਕਿਨ ਉਹ ਪਦਾਰਥਾਂ ਦੇ ਨਾਲ ਜੋ ਦੇਣ ਦੀ ਭਾਵਨਾ ਹੁੰਦੀ ਨਾ, ਉਹ ਦੇਣ ਦੀ ਭਾਵਨਾ ਗੁਰੂ ਕੇ ਚਰਨਾਂ ਤੱਕ ਜਾ ਕਰਕੇ ਪਹੁੰਚ ਜਾਂਦੀ ਹੈ। ਇੱਕ ਪਿਆਰਿਓ ਬਹੁਤ ਪਿਆਰੀ ਕਥਾ ਆਉਂਦੀ ਹੈ, ਤੀਜੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੇਲੇ ਦੀ ਘਟਨਾ ਹੈ। ਸਤਿਗੁਰੂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੇ ਵਿੱਚ ਵਿਰਾਜਮਾਨ ਹਨ। ਭਾਈ ਜੇਠਾ ਜੀ ਬਾਅਦ ਵਿੱਚ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਜੋ ਬਣ ਗਏ ਸਨ, ਉਹਨਾਂ ਨੂੰ ਕਿਸੇ ਕੰਮ ਕਰਨ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਲਾਹੌਰ ਦੇ ਵਿੱਚ ਭੇਜਣਾ ਕੀਤਾ। ਤੇ ਲਾਹੌਰ ਦੇ ਵਿੱਚ ਜਦੋਂ ਗਏ, ਜਦੋਂ ਉਹਨਾਂ ਨੇ ਮਹਾਰਾਜ ਜੀ ਦਾ ਕੰਮ ਕਰ ਲਿਆ, ਕੰਮ ਕਰਨ ਤੋਂ ਬਾਅਦ ਪਿਆਰਿਓ ਜਦੋਂ ਵਾਪਸ ਆਉਣ ਲੱਗਿਆ, ਬਾਜ਼ਾਰ ਦੇ ਵਿੱਚੋਂ ਦੀ ਲੰਘ ਰਹੇ ਸਨ, ਉੱਥੇ ਇੱਕ ਬਹੁਤ ਵਧੀਆ ਜੋ ਪੁਸ਼ਾਕ ਵੇਖ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਮਨ ਵਿੱਚ ਆਇਆ ਕਿ ਮਨਾ ਤੇ ਆਪਾਂ ਇਹ ਪੁਸ਼ਾਕ ਲੈਣਾ ਕਰੀਏ, ਸਤਿਗੁਰੂ ਮਹਾਰਾਜ ਜੀ ਨੂੰ ਭੇਟ ਅਰਪਣ ਕਰੀਏ। ਤੇ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਦੋਂ ਗਏ, ਉਹ ਦੁਕਾਨਦਾਰ ਨੂੰ ਪੁੱਛਣਾ ਕੀਤਾ ਕਿ ਭਾਈ ਇਹਦਾ ਕੀ ਮੁੱਲ ਹੈ। ਉਹਨੇ ਮੁੱਲ ਜਦੋਂ ਦੱਸ ਦਿੱਤਾ, ਬੇਸ਼ਕੀਮਤੀ ਸੀ, ਬਹੁ ਮੁੱਲਾ ਉਹ ਦੁਸ਼ਾਲਾ ਸੀ, ਲੇਕਿਨ ਮਹਾਰਾਜ ਜੀ ਦੇ ਕੋਲ ਮਾਇਆ ਨਹੀਂ। ਲੇਕਿਨ ਇੱਕਦਮ ਮਨ ਦੇ ਵਿੱਚ ਉਦਾਸੀ ਆ ਗਈ, ਲੇਕਿਨ ਫਿਰ ਉਹਨਾਂ ਨੇ ਕੀ ਕਰਨਾ ਕੀਤਾ, ਭਾਵਨਾ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੂੰ ਅਰਦਾਸ ਕਰਨੀ ਕੀਤੀ, ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਚਾਹੁੰਦਾ ਕਿ ਇਹ ਦੁਸ਼ਾਲਾ ਲੈ ਕੇ ਜਾਵਾਂ, ਆਪ ਜੀ ਨੂੰ ਅੰਗੀਕਾਰ ਕਰਾਵਾਂ,
ਲੇਕਿਨ ਮਾਇਆ ਮੇਰੇ ਕੋਲ ਨਹੀਂ ਹੈ। ਮੇਰੀ ਭਾਵਨਾ ਨੂੰ ਮਹਾਰਾਜ ਆਪ ਜੀ ਸਵੀਕਾਰ ਕਰਨਾ ਕਰੋ। ਆ ਚੋਲਾ ਮੈਂ ਆਪ ਜੀ ਨੂੰ ਭੇਟ ਕਰ ਰਿਹਾ, ਇਹ ਚੋਲਾ ਆਪ ਜੀ ਧਾਰਨ ਕਰਨਾ ਕਰੋ। ਸੁਰਤੀ ਧਾਰਨ ਕਰਕੇ ਪਿਆਰਿਓ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਜਿਸ ਤਰ੍ਹਾਂ ਆਪਾਂ ਚੋਲਾ ਸਜਾਉਂਦੇ ਨਾ, ਤੇ ਇਸ ਤਰ੍ਹਾਂ ਹੀ ਉਹਨਾਂ ਨੇ ਚੋਲਾ ਸਜਾਉਣਾ ਕੀਤਾ। ਇਹ ਪ੍ਰਤੱਖ ਨਹੀਂ, ਇਹ ਮਨ ਕਰਕੇ ਸੁਰਤੀ ਕਰਕੇ। ਤੇ ਦੂਜੇ ਪਾਸੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਸੰਗਤਾਂ ਸਜੀਆਂ ਹੋਈਆਂ ਹਨ। ਦੀਵਾਨ ਦੇ ਵਿੱਚ ਸਤਿਗੁਰੂ ਮਹਾਰਾਜ ਬੈਠੇ ਹੋਏ ਹਨ। ਇੱਕਦਮ ਜਦੋਂ ਸੁਰਤੀ ਕਰਕੇ ਮਹਾਰਾਜ ਜੀ ਨੂੰ ਚੋਲਾ ਲਾਹੌਰ ਦੇ ਵਿੱਚ ਪਿਨਾ ਰਹੇ ਸਨ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇੱਥੇ ਸੰਗਤਾਂ ਦੇ ਵਿੱਚ ਖੜ ਗਏ। ਖੜ ਕਰਕੇ ਤੁਰੰਤ ਜਿਸ ਤਰ੍ਹਾਂ ਆਪਾਂ ਚੋਲਾ ਪਾਉਂਦੇ ਆ, ਉਹ ਪੂਰੀ ਤਰ੍ਹਾਂ ਆਪਾਂ ਚੋਲਾ ਪਾਉਂਦੇ ਆ, ਤਣੀਆਂ ਨੂੰ ਕਲੀਆਂ ਨੂੰ ਕੱਸਦੇ ਆ, ਕਲੀਆਂ ਨੂੰ ਬੰਨਦੇ ਆ। ਤੇ ਉਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਕੀਤਾ ਤੇ ਸਿੱਖ ਵੀ ਪਿਆਰਿਓ ਵੇਖ ਕਰਕੇ ਬਹੁਤ ਜ਼ਿਆਦਾ ਦੰਗ ਹੋ ਗਏ। ਮਨ ਵਿੱਚ ਬਹੁਤ ਜ਼ਿਆਦੀ ਅਸਚਰਜਤਾ ਆਈ ਹੈ ਕਿ ਮਹਾਰਾਜ ਜੀ ਨੇ ਅੱਜ ਕੀ ਚੋਜ ਕਰਨਾ ਕੀਤਾ। ਤੇ ਜਦੋਂ ਦੀਵਾਨ ਦੀ ਸਮਾਪਤੀ ਹੋਈ, ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਸਾਨੂੰ ਪਤਾ ਨਹੀਂ ਚੱਲਿਆ। ਆਪ ਜੀ ਪ੍ਰਵਚਨ ਕਰਦੇ ਕਰਦੇ ਇੱਕਦਮ ਉੱਠ ਕੇ ਖੜ ਗਏ ਤੇ ਖੜ ਕਰਕੇ ਆਪ ਜੀ ਨੇ ਜਿਸ ਤਰ੍ਹਾਂ ਚੋਲਾ ਆਪਾਂ ਧਾਰਨ ਕਰਦੇ ਆ, ਉਹ ਮੁਦਰਾ ਆਪ ਜੀ ਨੇ ਬਣਾਉਣੀ ਕੀਤੀ। ਇਹਦਾ ਕੀ ਕਾਰਨ ਹੈ? ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਇਹ ਰਮਜ ਭਰੀ ਗੱਲ ਹੈ, ਤੁਹਾਨੂੰ ਯਕੀਨ ਨਹੀਂ ਹੋਵੇਗਾ, ਲੇਕਿਨ ਫਿਰ ਵੀ ਤੁਸੀਂ ਪੁੱਛ ਰਹੇ ਹੋ। ਆ ਸਮਾਂ ਜਿਹੜਾ ਨਾ ਹੁਣ ਤੁਸੀਂ ਨੋਟ ਕਰਨਾ ਕਰੋ। ਤੇ ਸਤਿਗੁਰੂ ਜੀ ਕਹਿਣ ਲੱਗੇ, ਤੇ ਸਾਡਾ ਪਿਆਰਾ ਸਿੱਖ ਜਿਹੜਾ ਭਾਈ ਜੇਠਾ, ਉਹ ਗਿਆ ਹੋਇਆ ਲਾਹੌਰ ਦੇ ਵਿੱਚ, ਤੇ ਉਹਦੀ ਮਨ ਦੀ ਭਾਵਨਾ ਸੀ ਕਿ ਮੈਂ ਇਹ ਚੋਲਾ ਖਰੀਦ ਕੇ ਮਹਾਰਾਜ ਜੀ ਨੂੰ ਭੇਟ ਕਰਨਾ ਕਰਾਂ, ਸਤਿਗੁਰੂ ਮਹਾਰਾਜ ਜੀ ਨੂੰ ਇਹ ਮੈਂ ਸਜਾਵਾਂ। ਲੇਕਿਨ ਮਾਇਆ ਦੀ ਕਮਤਰਤਾ ਕਰਕੇ ਚੋਲਾ ਤਾਂ ਨਹੀਂ ਖਰੀਦ ਸਕੇ, ਲੇਕਿਨ ਭਾਵਨਾ ਦੇ ਨਾਲ ਉਹਨਾਂ ਨੇ ਮੈਨੂੰ ਚੋਲਾ ਪਿਨਾ ਦਿੱਤਾ ਲਾਹੌਰ ਦੇ ਵਿੱਚ। ਤੇ ਉਹਨਾਂ ਦੀ ਭਾਵਨਾ ਇੱਥੇ ਪਹੁੰਚ ਗਈ। ਉਹਨਾਂ ਦੀ ਭਾਵਨਾ ਨੂੰ ਰੱਖਣ ਵਾਸਤੇ ਅਸਾਂ ਨੇ ਇੱਥੇ ਚੋਲਾ ਧਾਰਨ ਕਰ ਲਿਆ। ਕਮਾਲ ਦੀ ਗੱਲ ਨਾ ਪਿਆਰਿਓ, ਜਿਹੜੇ ਨਾਸਤਕ ਬਿਰਤੀ ਵਾਲੇ ਇਹ ਗੱਲਾਂ ਨੂੰ ਨਹੀਂ ਸਮਝ ਸਕਦੇ ਹਨ। ਉਹਨਾਂ ਨੂੰ ਲੱਗੇਗਾ ਕਿ ਭਈ ਐਵੇਂ ਇਹ ਗਪੌੜੀਆਂ ਹਨ, ਇਹ ਕਹੀ ਕਹਾਈ ਗੱਲ ਹੈ। ਨਹੀਂ ਪਿਆਰਿਓ, ਇਹ ਹਰ ਕਿਸੇ ਦੀ ਅਵਸਥਾ ਨਹੀਂ ਹੁੰਦੀ ਹੈ। ਇਸ ਕਰਕੇ ਜੇ ਆਪਾਂ ਨੂੰ ਪਤਾ ਨਹੀਂ ਹੈ ਤਾਂ ਸਿੱਧਾ ਉਹਨੂੰ ਨਹੀਂ ਭੰਡਣਾ ਚਾਹੀਦਾ, ਨਹੀਂ ਉਹਦਾ ਖੰਡਨ ਕਰਨਾ ਚਾਹੀਦਾ। ਇਹ ਤਾਂ ਪ੍ਰੇਮ ਦੀ ਗੱਲ ਹੈ, ਸ਼ਰਧਾ ਦੀ ਗੱਲ ਹੈ, ਅੰਤਰਜਾਮਤਾ ਦੀ ਗੱਲ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਉਹਨੇ ਉੱਥੋਂ ਚੋਲਾ ਪਵਾਇਆ, ਅਸੀਂ ਇੱਥੇ ਧਾਰਨ ਕਰਨਾ ਕੀਤਾ। ਬੇਸ਼ੱਕ ਪਦਾਰਥ ਸਾਡੇ ਤੱਕ ਨਹੀਂ ਪਹੁੰਚਿਆ, ਲੇਕਿਨ ਭਾਵਨਾ ਸਾਡੇ ਤੱਕ ਪਹੁੰਚ ਗਈ ਹੈ। ਤੇ ਸੰਗਤਾਂ ਦੇ ਵੀ ਮਨ ਵਿੱਚ ਪਿਆਰਿਓ ਬੜਾ ਉਤਸ਼ਾਹ ਵਧਿਆ। ਉਹਨਾਂ ਨੂੰ ਲੱਗਿਆ ਕਿ ਭਾਈ ਮਹਾਰਾਜ ਜੀ ਨੇ ਕਹਿ ਦਿੱਤਾ, ਲੇਕਿਨ ਇਹਨੂੰ ਆਪਾਂ ਪ੍ਰੈਕਟੀਕਲੀ ਕਿਸ ਤਰ੍ਹਾਂ ਸਿੱਧ ਕਰਨਾ ਕਰੀਏ। ਤਾਂ ਕਈ ਜਿਹੜੇ ਤਰਕਵਾਦੀ ਸ਼ੰਕਾਵਾਦੀ ਉਹਨਾਂ ਨੇ ਕੀ ਕਰਨਾ ਕੀਤਾ, ਬੈਠ ਗਏ, ਕਿਉਂਕਿ ਪਤਾ ਸੀ ਕਿ ਭਾਈ ਜੇਠਾ ਜੀ ਆਉਣ ਹੀ ਵਾਲੇ ਹਨ ਇੱਕ ਦੋ ਦਿਨਾਂ ਦੇ ਵਿੱਚ। ਤੇ ਆਪਾਂ ਸ਼ਹਿਰ ਤੇ ਬਾਹਰ ਵਾਰੀ ਗੋਇੰਦਵਾਲ ਸਾਹਿਬ ਦੇ ਬਾਹਰ ਵਾਰੀ ਉਹਨਾਂ ਨੂੰ ਫੜ ਕਰਕੇ ਪੁੱਛ ਲਵਾਂਗੇ। ਜਦੋਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਵਾਪਸ ਪਰਤਣ ਲੱਗੇ ਤੇ ਸਿੱਖਾਂ ਨੇ ਉਹਨਾਂ ਨੂੰ ਬਾਹਰ ਵਾਰੀ ਫੜ ਲਿਆ। ਫੜ ਕਰਕੇ ਉਹਨਾਂ ਨੂੰ ਕਿਹਾ ਕਿ ਬਾਬਾ ਜੀ ਦੱਸਣਾ ਕਰੋ, ਫਲਾਣਾ ਦਿਨ, ਫਲਾਣੇ ਵਾਰ, ਫਲਾਣੇ ਸਮੇਂ ਤੇ ਤੁਸੀਂ ਕਿੱਥੇ ਸੀ ਤੇ ਕੀ ਕਰ ਰਹੇ ਸੀ। ਤੇ ਉਸ ਵੇਲੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਦਿਮਾਗ ਦੇ ਉੱਤੇ ਜ਼ੋਰ ਦਿੱਤਾ, ਕਿਹਾ ਕਿ ਭਾਈ ਆ ਫਲਾਣਾ ਦਿਨ ਮੈਂ ਤਾਂ ਉੱਥੇ ਲਾਹੌਰ ਦੇ ਬਾਜ਼ਾਰ ਦੇ ਵਿੱਚ ਸੀ, ਮੈਂ ਲੰਘ ਰਿਹਾ ਸੀ, ਤੇ ਆ ਟਾਈਮ ਜਿਹੜਾ ਉੱਥੋਂ ਮੈਂ ਲੰਘ ਰਿਹਾ ਬਾਜ਼ਾਰ ਦੇ ਵਿੱਚ ਚੋਲਾ ਸੀ। ਮੇਰੇ ਮਨ ਦੀ ਭਾਵਨਾ ਸੀ ਕਿ ਮੈਂ ਚੋਲਾ ਖਰੀਦ ਕੇ ਮਹਾਰਾਜ ਜੀ ਨੂੰ ਭੇਟ ਕਰਨਾ ਕਰਾਂ, ਲੇਕਿਨ ਮਾਇਆ ਨਹੀਂ ਸੀ ਮੇਰੇ ਕੋਲ। ਲੇਕਿਨ ਮੈਂ ਭਾਵਨਾ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੂੰ ਚੋਲਾ ਪਵਾ ਦਿੱਤਾ। ਉਹ ਸਿੱਖਾਂ ਦੇ ਹੱਥ ਜੁੜ ਗਏ। ਉਹਨਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਕਿਹਾ ਕਿ ਬਾਬਾ ਜੀ ਤੁਸੀਂ ਉੱਥੋਂ ਚੋਲਾ ਪਵਾ ਦਿੱਤਾ ਤੇ ਸਤਿਗੁਰਾਂ ਨੇ ਇੱਥੇ ਚੋਲਾ ਧਾਰਨ ਕਰ ਲਿਆ। ਕਹਿਣ ਦਾ ਭਾਵ ਹੈ ਕਿ ਪਿਆਰਿਓ, ਪਦਾਰਥ ਜੋ ਆਪਾਂ ਚੜਾਉਂਦੇ ਨਾ, ਕਈ ਵਾਰੀ ਪਦਾਰਥ ਤਾਂ ਰਹਿ ਜਾਂਦੇ ਹਨ, ਲੇਕਿਨ ਜੋ ਭਾਵਨਾ ਜੋ ਹੈ ਚੜਾਉਂਦੀ ਉਹ ਪਹੁੰਚ ਜਾਂਦੀ ਹੈ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਬੂੜੇ ਨੂੰ ਕਿ ਤੂਨੇ ਆ ਭੇਟਾ ਅਰਪਣ ਕਰਨੀ ਕੀਤੀ ਹੈ, ਸੱਚ ਜਾਣ ਤੁਹਾਡੀ ਭੇਟਾ ਪ੍ਰਵਾਨ ਹੋ ਗਈ। ਆ ਮੱਖਣ ਜਿਹੜਾ ਵਾਪਸ ਆਪਣੇ ਘਰ ਨੂੰ ਲੈ ਕੇ ਚੱਲ ਜਾ। ਹਵੈ
ਪ੍ਰਸੰਨ ਦੇਖਿਓ ਉਰ ਭਾਏ। ਸਤਿਗੁਰੂ ਮਹਾਰਾਜ ਬਹੁਤ ਪ੍ਰਸੰਨ ਹੋ ਕਰਕੇ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਭਾਈ ਬੂੜੇ ਦੇ ਵੱਲ ਤੱਕਣਾ ਕੀਤਾ। ਸੁਨ ਕੇ ਬੂੜਾ ਰੋਵਨ ਲਾਗਾ। ਸੁਣ ਕਰਕੇ ਭਾਈ ਬੂੜਾ, ਜਿਨ੍ਹਾਂ ਦੀ ਆਰਬਲਾ ਪਿਆਰਿਓ ਬਾਲ ਕਾਲ ਦੀ ਵੀ ਆਰਬਲਾ ਹੈ, ਉਸੇ ਵੇਲੇ ਧਾਈਆਂ ਮਾਰ ਕਰਕੇ ਰੋ ਪਏ। ਪ੍ਰੇਮ ਬਿਰਹ ਔਰ ਅੰਤਰ ਜਾਗਾ। ਇੱਕ ਤਾਂ ਪ੍ਰੇਮ ਤੇ ਦੂਜਾ ਬਿਰਹਾ ਜਿਹੜਾ ਹੈ ਮਹਾਰਾਜ ਜੀ ਦਾ ਅੰਦਰ ਦੇ ਵਿੱਚ ਜਾਗ ਗਿਆ। ਮਾਰਹਿ ਮਾਤ ਪਿਤਾ ਮੁਝ ਕਬ ਹੀ। ਸਤਿਗੁਰੂ ਮਹਾਰਾਜ ਜੀ ਨੂੰ ਕਹਿੰਦੇ, ਜੇ ਨਹੀਂ ਲੈ ਕੇ ਜਾਵੇਗਾ ਤੇਰੀ ਮਾਤਾ ਤੇ ਪਿਤਾ ਨੇ ਤੈਨੂੰ ਮਾਰਨਾ। ਕਹਿੰਦੇ ਕੋਈ ਗੱਲ ਨਹੀਂ ਹੈ, ਮੈਂ ਲੈ ਕੇ ਜਾਵਾਂਗਾ ਤੇ ਉਹਨਾਂ ਨੇ ਉਦੋਂ ਮਾਰਨਾ ਹੈ। ਤੁਮ ਮਾਰਤ ਹੋ ਮੋਹ ਕੋ ਅਬ ਹੀ। ਮੇਰੇ ਮਾਤਾ ਪਿਤਾ ਨੇ ਜਦੋਂ ਮੈਂ ਘਰ ਜਾਵਾਂਗਾ ਨਾ, ਉਹਨਾਂ ਨੇ ਉਸ ਵੇਲੇ ਮਾਰਨਾ। ਲੇਕਿਨ ਤੁਸੀਂ ਤਾਂ ਸਤਿਗੁਰੂ ਮਹਾਰਾਜ ਪ੍ਰਤਾਖੀ, ਮੈਨੂੰ ਮੋੜ ਕਰਕੇ, ਮੇਰੀ ਭੇਟਾ ਮੋੜ ਕਰਕੇ ਤਾਂ ਤੁਸੀਂ ਪ੍ਰਤਾਖੀ ਮੈਨੂੰ ਮਾਰ ਰਹੇ ਹਨ। ਕਰਵਤ ਭਲਾ ਨਾ ਕਰਵਟ ਤੇਲੀ, ਲਾਗ ਗਲੇ ਸੁਣ ਬੇਨਤੀ ਮੇਰੀ। ਹਾਂ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੌਕਾ ਕਾਹੇ ਕੋ ਮਾਰੇ। ਕਿ ਸਤਿਗੁਰੂ ਮਹਾਰਾਜ ਬੇਸ਼ੱਕ ਮੈਨੂੰ ਕਰਵਤ ਦੇ ਨਾਲ ਚੀਰ ਦੇਣਾ ਕਰੋ। ਜੋ ਤਨ ਚੀਰੈ ਅੰਗ ਨਾ ਮੋਰਾ, ਪਿੰਡ ਪਰੈ ਤਾਉ ਪ੍ਰੀਤ ਨਾ ਤੋਰਾਓ। ਜੇ ਆਪ ਜੀ ਨੇ ਚੀਰ ਵੀ ਦਿੱਤਾ ਨਾ ਮਹਾਰਾਜ, ਮੈਨੇ ਮੂੰਹ ਨਹੀਂ ਮੋੜਨਾ ਹੈ। ਲੇਕਿਨ ਕੰਡ ਦੇ ਕਰਕੇ, ਪਿੱਠ ਦੇ ਕਰਕੇ ਸਤਿਗੁਰੂ ਮਹਾਰਾਜ ਮੈਨੂੰ ਨਾ ਮਾਰਨਾ ਕਰੋ। ਇਹਦੇ ਨਾਲੋਂ ਤਾਂ ਮੈਨੂੰ ਕਰਵਤ ਭਲਾ ਹੈ, ਇਹ ਵਿਛੋੜਾ ਨਾ ਦੇਣਾ ਕਰੋ। ਇਹ ਭੇਟਾ ਨਹੀਂ ਸਵੀਕਾਰ ਕੀਤੀ ਤਾਂ ਮੈਨੇ ਹੁਣ ਇੱਥੇ ਹੀ ਮਰ ਜਾਣਾ। ਸ਼੍ਰੀ ਗੁਰ ਭਨੈ ਕੁਵਾਕ ਨਾ ਕਹਿਓ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਬੇਟਾ ਇਹੋ ਜਿਹਾ ਕੁਵਾਕ ਬਚਨ ਨਾ ਬੋਲਣਾ ਕਰ। ਹਮਨੇ ਤੂਰ ਭਲਾ ਹੀ ਚਾਹਿਓ। ਅਸਾਂ ਤਾਂ ਤੇਰਾ ਭਲਾ ਹੀ ਚਾਉਣਾ ਕੀਤਾ, ਮਨਾਉਣਾ ਕੀਤਾ। ਕੌਣ ਮਾਰ ਕੇ ਨਹੀਂ ਤੁਝ ਤਾਈ। ਕਿਹਨੇ ਤੈਨੂੰ ਮਾਰਨਾ ਕੀਤਾ, ਅਸਾਂ ਨੇ ਤਾਂ ਤੈਨੂੰ ਨਹੀਂ ਮਾਰਿਆ ਹੈ। ਜਾਂ ਤੇ ਰੁਦਨ ਕਰੈ ਬਿਲ ਲਾਈ। ਜਿਸ ਕਰਕੇ ਤੂੰ ਇਨਾ ਧਾਈਆਂ ਮਾਰ ਕਰਕੇ ਰੋਂਦਾ, ਤੂੰ ਦੱਸ ਕਿ ਅਸਾਂ ਤੈਨੂੰ ਮਾਰਿਆ, ਕੋਈ ਤੈਨੂੰ ਕੋਈ ਗੱਲ ਕੀਤੀ ਹੈ? ਅਸਾਂ ਨੇ ਤਾਂ ਨਹੀਂ ਮਾਰਨਾ ਕੀਤਾ। ਤੇ ਤੂੰ ਕਹੀ ਜਾਂਦਾ ਕਿ ਮਹਾਰਾਜ ਘਰਦਿਆਂ ਨੇ ਤਾਂ ਬਾਅਦ ਵਿੱਚ ਮਾਰਨਾ, ਤੁਸੀਂ ਤਾਂ ਹੁਣ ਮੈਨੂੰ ਜਿਉਂਦਿਆਂ ਜੀ ਮਾਰਨ ਲੱਗੇ ਹੋ। ਸੁਨਹੁ ਪ੍ਰਭੂ ਜਸ ਮਾਰਿਓ ਮੋਹੀ। ਆਗੋਂ ਭਾਈ ਬੂੜਾ ਜੀ ਕਹਿੰਦੇ ਕਿ ਹੇ ਪ੍ਰਭੂ ਜੀਓ, ਆਪ ਜੀ ਸੁਣਨਾ ਕਰੋ, ਜਿਸ ਤਰ੍ਹਾਂ ਤੁਸਾਂ ਨੇ ਮੈਨੂੰ ਮਾਰਨਾ ਕੀਤਾ, ਇਸ ਤੇ ਵੱਡੀ ਮਾਰ ਨਹਿ ਹੋਈ। ਇਹ ਤੋਂ ਵੱਡੀ ਕਿਹੜੀ ਮਾਰ ਹੋ ਸਕਦੀ ਹੈ ਸਤਿਗੁਰੂ ਮਹਾਰਾਜ। ਬਾਰਿਓ ਦੀਪਕ ਦੀਪਤ ਪ੍ਰਕਾਸ਼ਾ। ਜਦੋਂ ਇੱਕ ਵਾਰੀ ਦੀਆ ਜਦੋਂ ਜਗ ਜਾਵੇ ਨਾ, ਉਹਦਾ ਪ੍ਰਕਾਸ਼ ਹੋ ਜਾਂਦਾ ਹੈ। ਉਨ ਬੁਝਾਏ ਕੇ ਕਰਹੁ ਨਿਰਾਸਾ। ਆਪ ਜੀ ਮਹਾਰਾਜ ਇੱਕ ਤਾਂ ਕਮਾਲ ਦੀ ਗੱਲ ਕਰਦੇ, ਕੱਲ ਤਾਂ ਮਹਾਰਾਜ ਮੇਰਾ ਬੁਝਿਆ ਹੋਇਆ ਦੀਪਕ ਜਿਹੜਾ ਦਰਸ਼ਨ ਦੇ ਕਰਕੇ ਜਗਾ ਦੇਣਾ ਕੀਤਾ। ਅੱਜ ਮਹਾਰਾਜ ਮੈਂ ਤੁਹਾਨੂੰ ਦੂਜੀ ਵਾਰੀ ਆਇਆ ਦਰਸ਼ਨ ਕਰਨ ਵਾਸਤੇ, ਉਹ ਬਲਿਆ ਹੋਇਆ ਦੀਪਕ ਜਿਹੜਾ ਉਹਨੂੰ ਬੁਝਾ ਕਰਕੇ ਤੁਸੀਂ ਮੈਨੂੰ ਮਾਰਨ ਲੱਗੇ ਹੋ। ਤੁਮ ਹੈ ਉਚਿਤ ਅਧਿਕਾਇ ਜਰਾਵਾਂ। ਲੇਕਿਨ ਮਹਾਰਾਜ ਇਹ ਤਾਂ ਆਪ ਜੀ ਨੂੰ ਉਚਿਤ ਹੈ, ਅਧਿਕਾਇ ਜਰਾਵਾਂ। ਸਤਿਗੁਰੂ ਮਹਾਰਾਜ ਆਪ ਜੀ ਦਾ ਪੂਰਾ ਹੱਕ ਬਣਦਾ ਹੈ। ਪਾਏ ਸੰਦੇਹ ਗੁਣ ਹੈ ਉਕਸਾਵਾ। ਆਪ ਜੀ ਦਾ ਕੰਮ ਮਹਾਰਾਜ ਜਲਿਆਂ ਨੂੰ ਬੁਝਾਉਣਾ ਹੈ, ਤੇ ਜਿਹੜੇ ਜਲੇ ਹਨ ਤੇ ਉਹਨਾਂ ਨੂੰ ਔਰ ਜ਼ਿਆਦਾ ਪ੍ਰਜਵਲਿਤ ਕਰਨਾ, ਇਹ ਮਹਾਰਾਜ ਆਪ ਜੀ ਦਾ ਸੁਭਾਅ ਹੈ। ਲੇਕਿਨ ਆਪ ਜੀ ਦਾ ਇਹ ਕੰਮ ਨਹੀਂ ਹੈ ਕਿ ਕੋਈ ਦੀਆ ਜਗ ਜਾਵੇ ਤੇ ਉਹਨੂੰ ਬੁਝਾਉਣਾ। ਤੇ ਜਿਸ ਤਰ੍ਹਾਂ ਕਿ ਪਿਆਰਿਓ ਕੀ ਹੁੰਦਾ, ਅੱਜ ਕੱਲ ਤਾਂ ਇਹ ਰਿਵਾਜ ਦੀਵਿਆਂ ਦਾ ਖਤਮ ਹੋ ਗਿਆ। ਲੇਕਿਨ ਜਦੋਂ ਦੀਆ ਬਾਲਦੇ ਸੀ ਨਾ, ਪਹਿਲੇ ਜ਼ਮਾਨੇ ਦੇ ਵਿੱਚ ਦੀਆ ਬੱਤੀ ਕਰਦੇ ਤੇ ਉਹਨਾਂ ਦਾ ਕੰਮ ਹੁੰਦਾ ਸੀ। ਖਾਸ ਕਰਕੇ ਤਖਤ ਸਾਹਿਬ ਦੇ ਵਿੱਚ ਵੀ ਅੱਜ ਵੀ ਉਹ ਪਰੰਪਰਾ, ਇੱਕ ਪੋਸਟ ਜਿਹੜੀ ਆ ਤਖਤ ਸਾਹਿਬ ਦੇ ਵਿੱਚ ਚਿਰਾਗੀਆ ਕਰਕੇ, ਭਾਵ ਕਿ ਜਿਹੜੇ ਚਿਰਾਗ ਬਾਲਦੇ ਹਨ, ਇਹ ਪੋਸਟ ਹੀ ਅੱਜ ਵੀ ਤਖਤ ਸਾਹਿਬ ਦੇ ਵਿੱਚ ਚਲੀ ਆ ਰਹੀ ਹੈ। ਆ ਕੰਮ ਹੁੰਦਾ ਕਿ ਭਾਈ ਚਿਰਾਗ ਦੇ ਵੱਲ ਧਿਆਨ ਦੇਣਾ, ਉਹਨਾਂ ਦੀ ਆਈ ਡਿਊਟੀ ਹੁੰਦੀ ਹੈ ਕਿ ਚਿਰਾਗ ਬਾਲਣਾ, ਦੀਏ ਬਾਲਣੇ ਤੇ ਉਹਦੇ ਵੱਲ ਧਿਆਨ ਦੇਣਾ। ਕਿਉਂਕਿ ਧਿਆਨ ਨਾ ਦਿਓ ਤੇ ਕਈ ਵਾਰੀ ਚਿਰਾਗ ਜਿਹੜਾ ਦੀਆ ਜਿਹੜਾ ਬੁਝ ਜਾਂਦਾ। ਉਹਨਾਂ ਦਾ ਕੰਮ ਹੁੰਦਾ ਜਦੋਂ ਬੁਝਣ ਲੱਗੇ ਫਿਰ ਉਹਦੇ ਬਾਤੀ ਨੂੰ ਘਿਓ ਚੜਾ ਕਰਕੇ ਉਹਨੂੰ ਤਾਂ ਕਰਨਾ, ਔਰ ਅੱਗ ਜਿਹੜੀ ਹੈ ਲਾ ਕਰਕੇ ਉਹਨੂੰ ਔਰ ਬਾਲ ਦੇਣਾ, ਇਹ ਕੰਮ ਹੁੰਦਾ। ਤੇ ਭਾਈ ਬੂੜਾ ਜੀ ਕਹਿੰਦੇ ਸਤਿਗੁਰੂ ਮਹਾਰਾਜ ਬੁਝਿਆਂ ਨੂੰ ਜਗਾਉਣਾ ਇਹ ਆਪ ਜੀ ਦਾ ਕੰਮ ਹੈ।
ਜਿਹੜੇ ਜਾਗੇ ਹੋਏ ਹਨ ਉਹਨਾਂ ਨੂੰ ਬੁਝਾਉਣਾ ਇਹ ਆਪ ਜੀ ਦਾ ਕੰਮ ਨਹੀਂ ਹੈ। ਤਮ ਕੋ ਟਾਰ ਵਸਤ ਦਿਖਰਾਵਾ, ਆਪ ਜੀ ਨੇ ਤਮ ਅੰਧਕਾਰ ਨੂੰ ਟਾਰ ਕਰਕੇ ਮੈਨੂੰ ਵਸਤੂ ਜੋ ਹੈ ਭਾਵ ਕੇ ਆਤਮਾ ਰੂਪੀ ਵਸਤੂ ਨੂੰ ਮੈਨੂੰ ਦਿਖਾ ਦਿੱਤਾ। ਪੂਰ ਆਸ ਅਸ ਕਸ਼ਟ ਮਿਟਾਵਾ, ਮੇਰੀ ਆਸ ਆਪ ਜੀ ਨੇ ਪੂਰੀ ਕਰਨੀ ਕੀ। ਖਾਨ ਬਾਣੀ ਤਹਿ ਸੋ ਪੁਨ ਭਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਬੂੜੇ ਦਾ ਇਹ ਬਚਨ ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਮੁਸਕਰਾ ਪਏ ਤੇ ਕਿਰਪਾ ਦੇ ਘਰ ਦੇ ਵਿੱਚ ਆ ਕਰਕੇ ਭਾਈ ਬੂੜੇ ਦੇ ਤਾਈਂ ਬਚਨ ਕਰਨਾ ਕੀਤਾ। ਹੁਣ ਉਹਨਾਂ ਨੂੰ ਵਰ ਦੇਣ ਲੱਗੇ ਹਨ। ਬੂਢੇ ਵੱਡੇ ਸਮਾਨ ਬਾਤਾਂ ਤੂੰ ਮੁਖ ਤੇ ਕਹੈ, ਸਤਿਗੁਰੂ ਜੀ ਕਹਿਣ ਲੱਗੇ ਕਿ ਬੇਟਾ ਤੇਰਾ ਨਾਮ ਤਾਂ ਬੂੜਾ ਹੈ। ਬੂੜਾ ਦਾ ਮਤਲਬ ਜਿਹੜਾ ਡੁੱਬਣ ਵਾਲਾ ਪਿਆਰਿਓ, ਇਹਦੇ ਕਈ ਅਰਥ ਹਨ। ਬੂੜਾ ਹੋ ਗਿਆ ਕਿ ਭਾਈ ਜਿਹੜਾ ਡੁੱਬਣ ਵਾਲਾ, ਬੁੱਢਣ ਵਾਲਾ ਜਿਹਨੂੰ ਆਪਾਂ ਬੋਲਦੇ ਆ। ਜ਼ਮੀਨ ਅਸਮਾਨ ਦਾ ਫਰਕ ਹੈ ਬੂੜਾ ਤੇ ਬੁੱਢਾ। ਇਹ ਇੱਥੇ ਜਿਹੜਾ ਅੜਾੜੇ ਦੇ ਨਾਲ ਹੈ ਤੇ ਜਦੋਂ ਆਪਾਂ ਬੁੱਢਾ ਸ਼ਬਦ ਵਰਤਦੇ ਆ ਉਹ ਢੱਡੇ ਦੇ ਨਾਲ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਬੇਟਾ ਨਾਮ ਤਾਂ ਤੇਰੇ ਮਾਪਿਓ ਨੇ ਗਲਤ ਰੱਖ ਦਿੱਤਾ, ਬੂੜਾ ਰੱਖ ਦਿੱਤਾ, ਲੇਕਿਨ ਤੂੰ ਬੂੜਾ ਨਹੀਂ, ਤੂੰ ਤਾਂ ਬੁੱਢਾ ਹੈ। ਤੇ ਦਾਸ ਨੇ ਕੱਲ ਵੀ ਪਿਆਰਿਓ ਇਹ ਬੇਨਤੀ ਕੀਤੀ ਸੀ, ਆ ਜਿਹੜਾ ਨਾਮ ਆਪਾਂ ਵਰਤਦੇ ਆ ਭਾਈ ਬੁੱਢਾ ਜੀ, ਬਾਬਾ ਬੁੱਢਾ ਜੀ ਕਰਕੇ, ਇਹ ਸਿਰਫ ਪਿਆਰਿਓ ਆਰਬਲਾ ਤੱਕ ਇਹਨੂੰ ਸੀਮਤ ਨਹੀਂ ਰੱਖਣਾ ਚਾਹੀਦਾ। ਤੇ ਜੇ ਆਰਬਲਾ ਦੀ ਗੱਲ ਕਰਦੇ ਆ ਪਿਆਰਿਓ ਤੇ ਗੁਰਸਿੱਖਾਂ ਦੇ ਵਿੱਚ ਸਭ ਤੋਂ ਜ਼ਿਆਦੀ ਲੰਬੇਰੀ ਆਰਬਲਾ ਜਿਹੜੀ ਹੈ ਬਾਬਾ ਬੁੱਢਾ ਸਾਹਿਬ ਜੀ ਦੀ ਹੋਈ ਹੈ। ਇਤਿਹਾਸਕਾਰ ਕਹਿੰਦੇ ਹਨ ਤਕਰੀਬਨ 120-25 ਸਾਲ ਦੀ ਇਹਨਾਂ ਦੀ ਆਰਬਲਾ ਹੋਈ ਹੈ ਤੇ ਇੰਨਾ ਲੰਬਾ ਸਮਾਂ ਇਹਨਾਂ ਨੇ ਗੁਰੂ ਘਰ ਦੀ ਸੇਵਾ ਕਰਨੀ ਕੀਤੀ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਤੋਂ ਲੈ ਕਰਕੇ 6ਵੇਂ ਪਾਤਸ਼ਾਹ ਜੀ ਤੱਕ ਗੁਰਤਾ ਗੱਦੀ ਦਾ ਤਿਲਕ ਇਹਨਾਂ ਨੇ ਆਪ ਆਪਣੇ ਹੱਥੀਂ ਲਾਉਣਾ ਕੀਤਾ, ਗੁਰੂ ਪਦ ਦੇ ਉੱਤੇ ਪ੍ਰਦਾਨ ਕਰਨਾ ਕੀਤਾ। ਤੇ ਮਹਾਰਾਜ ਜੀ ਨੇ ਜਿਹੜਾ ਬੁੱਢਾ ਸ਼ਬਦ ਵਰਤਿਆ ਨਾ, ਤੇ ਕਈ ਕਹਿ ਦਿੰਦੇ ਕਿ ਉਮਰ ਕਰਕੇ ਬਾਬਾ ਜੀ ਬਹੁਤ ਜ਼ਿਆਦਾ ਬੁੱਢੇ ਹੋਏ, ਬਜ਼ੁਰਗ ਸਨ, ਇਸ ਕਰਕੇ ਇਹਨਾਂ ਦਾ ਨਾਮ ਪ੍ਰਚਲਿਤ ਇਤਿਹਾਸ ਦੇ ਵਿੱਚ ਬੁੱਢਾ ਕਰਕੇ ਹੋਇਆ। ਨਹੀਂ ਪਿਆਰਿਓ, ਇਹ ਗੱਲ ਗਲਤ ਹੈ। ਸਤਿਗੁਰੂ ਮਹਾਰਾਜ ਜੀ ਨੇ ਇਹ ਤਖੱਲਸ ਜਿਹੜਾ ਹੈ ਇਹ ਮਹਾਰਾਜ ਜੀ ਨੇ ਵਰ ਦਿੱਤਾ ਤੇ ਇਹਦਾ ਪਿਆਰਿਓ ਉਮਰ ਕਰਕੇ ਕੋਈ ਜਿਹੜਾ ਹੈ ਸੰਬੰਧ ਨਹੀਂ ਹੈ। ਇੱਥੇ ਬੁੱਢੇ ਦਾ ਮਤਲਬ ਕਿ ਤੂੰ ਬੁੱਢਾ ਮਤਲਬ ਤੂੰ ਸਿਆਣਾ ਹੈ, ਤੂੰ ਬ੍ਰਹਮ ਗਿਆਨੀ ਹੈ। ਜਿਹੜੇ ਪਿਆਰਿਓ ਸਿਆਣੇ ਹੁੰਦੇ ਨਾ, ਕਈ ਵਾਰੀ ਕੋਈ ਬੱਚਾ ਜਿਹੜਾ ਸਿਆਣਪ ਦੀ ਗੱਲ ਕਰੇ ਤੇ ਆਪਾਂ ਕਹਿ ਦਿੰਦੇ ਆ ਕਿ ਬੇਟਾ ਉਮਰ ਤਾਂ ਤੇਰੀ ਥੋੜੀ ਹੈ, ਲੇਕਿਨ ਗੱਲਾਂ ਤਾਂ ਤੂੰ ਬਜ਼ੁਰਗਾਂ ਵਾਲੀ ਕਰਦਾ ਹੈ, ਗੱਲਾਂ ਤਾਂ ਤੂੰ ਬੁੜੀਆਂ ਵਾਲੀ ਕਰਦਾ ਹੈ। ਇਹ ਮਹਾਰਾਜ ਜੀ ਦਾ ਕਹਿਣ ਦਾ ਤਾਤਪਰ ਹੈ, ਭਾਵ ਕਿ ਮਹਾਰਾਜ ਜੀ ਨੇ ਜੋ ਵਰ ਦਿੱਤਾ। ਜਿਹੜਾ ਬਾਬਾ ਸ਼ਬਦ ਵੀ ਹੈ ਨਾ ਪਿਆਰਿਓ, ਆਪਾਂ ਕਹਿੰਦੇ ਜੀ ਬਾਬਾ, ਬਾਬਾ ਜੀ ਕਰਕੇ, ਇਹਦਾ ਮੂਲ ਮਤਲਬ ਹੈ ਜਿਹੜੇ ਬਾਬੇ ਦਾਦਾ, ਜਿਹੜੇ ਦਾਦੇ ਹੁੰਦੇ ਹਨ, ਨਾਨੇ, ਉਹਨਾਂ ਨੂੰ ਬਾਬਾ ਕਿਹਾ ਜਾਂਦਾ। ਪੰਜਾਬ ਦੇ ਵਿੱਚ ਅੱਜ ਵੀ ਜਿਹੜੇ ਬਜ਼ੁਰਗ ਹੁੰਦੇ ਹਨ ਦਾਦਾ, ਉਹਨਾਂ ਨੂੰ ਬਾਬਾ ਕਿਹਾ ਜਾਂਦਾ ਕਿ ਮੇਰਾ ਫਲਾਨਾ ਬਾਬਾ ਹੈ ਕਰਕੇ। ਇਹ ਵੀ ਪਿਆਰਿਓ ਜਿਹੜੇ ਵੱਡ ਵਡੇਰੇ ਹੁੰਦੇ ਹਨ, ਦਾਦੇ ਪਰਦਾਦੇ ਆਦਿਕ, ਨਾਨੇ ਪਰਨਾਨੇ ਆਦਿਕ, ਉਹਨਾਂ ਨੂੰ ਬਾਬਾ ਕਰਕੇ ਆਪਾਂ ਸੰਬੋਧਨ ਕਰਦੇ ਆ। ਇਸ ਤਰ੍ਹਾਂ ਹੀ ਪਿਆਰਿਓ ਜੋ ਆਰਬਲਾ ਦੇ ਵਿੱਚ ਨਹੀਂ, ਜੋ ਗਿਆਨ ਦੇ ਵਿੱਚ ਅਵਸਥਾ ਦੇ ਵਿੱਚ ਸਾਡੇ ਤੋਂ ਵੱਡੇ ਹਨ, ਉਹਨਾਂ ਨੂੰ ਗੁਰੂ ਘਰ ਦੇ ਵਿੱਚ ਬਾਬਾ ਕਰਕੇ ਸੰਬੋਧਨ ਕਰਦੇ ਆ। ਆਪਾਂ ਸਤਿਗੁਰੂ ਮਹਾਰਾਜ ਜੀ ਨੂੰ ਵੀ ਬਾਬਾ ਜੀ ਕਰਕੇ, ਬਾਬਾ ਅਮਰਦਾਸ ਜੀ, ਗੁਰੂ ਅਮਰਦਾਸ ਜੀ ਤੇ ਕਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਵੀ ਬਾਬਾ ਜੀ ਕਰਕੇ ਸੰਬੋਧਨ ਕਰਦੇ ਹਨ, ਕਿਉਂਕਿ ਸਤਿਗੁਰੂ ਮਹਾਰਾਜ ਸਾਰਿਆਂ ਦੇ ਜਠੇਰੇ ਹਨ, ਸਾਰਿਆਂ ਤੋਂ ਇਹ ਵੱਡੇ ਹਨ। ਤਾਂ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸ਼੍ਰੀ ਮੁਖਾਰ ਬਿੰਦ ਤੋਂ ਇਹ ਵਰ ਦਿੱਤਾ ਕਿ ਬੂੜਾ ਤੇਰਾ ਅੱਜ ਤੋਂ ਨਾਮ ਬੂੜਾ ਨਹੀਂ, ਤੂੰ ਤਾਂ ਬੁੱਢਾ ਹੋਵੇਗਾ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਨਾ, ਉਹਨਾਂ ਨੇ ਪਹਿਲਾ ਨਾਮ ਵਰਤਿਆ ਆਪਣੀਆਂ ਵਾਰਾਂ ਵਿੱਚ ਬੂੜਾ, ਅੜਾੜੇ ਦੇ ਨਾਲ ਵਰਤਿਆ ਬੂੜਾ, ਬੁੱਢਾ ਇੱਕ ਮਨ ਧਿਆਵੈ। ਬਾਅਦ ਵਿੱਚ ਮਹਾਰਾਜ ਜੀ ਨੇ ਤਖੱਲਸ ਲਾ ਕਰਕੇ ਭਾਈ ਬੂਢਾ ਕਰ ਦਿੱਤਾ ਤੇ ਇਹਨਾਂ ਨੇ ਇੱਕ ਮਨ ਹੋ ਗੁਰ ਜਾਪ ਜਪੰਦੇ, ਇੱਕ ਮਨ ਹੋ ਕਰਕੇ ਇਹਨਾਂ ਨੇ ਗੁਰੂ ਕਾ ਜਾਪ ਜਪਣਾ ਕੀਤਾ। ਕਬਹੀ ਤੇ ਇਹ ਨਾਮ ਭਾਈ ਬੁੱਢਾ ਕਹਿਤ ਹੈ। ਕਵੀ ਰਾਜ ਕਹਿੰਦੇ ਹਨ ਕਿ ਉਦੋਂ ਤੋਂ ਭਾਈ ਜਦੋਂ ਮਹਾਰਾਜ ਜੀ ਨੇ ਆਪ ਵਰ ਦਿੱਤਾ, ਕਹਿ ਦਿੱਤਾ ਭਾਈ ਬੁੱਢਾ ਜੀ ਕਰਕੇ,
ਤਾਂ ਉਦੋਂ ਤੋਂ ਪਿਆਰਿਓ ਇਹਨਾਂ ਦਾ ਨਾਮ ਇਤਿਹਾਸ ਦੇ ਨਾਲ ਪਿਆਰਿਓ ਆ ਜਿਹੜਾ ਸਭ ਤੋਂ ਪਹਿਲੇ ਗੁਰੂ ਘਰ ਦੇ ਵਿੱਚ ਭਾਈ ਸ਼ਬਦ ਜਿਹੜਾ ਹੈ, ਭਾਈ ਲਕਬ ਜਿਹੜਾ ਨਾ ਪਿਆਰਿਓ, ਇਹ ਬਹੁਤ ਜ਼ਿਆਦਾ ਸਨਮਾਨਯੋਗ ਹੈ। ਭਾਈ ਸ਼ਬਦ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਭਾਈ ਸ਼ਬਦ ਦੇ ਨਾਲ ਸੰਬੋਧਨ ਕੀਤਾ ਉਹ ਹਨ ਧੰਨ ਬਾਬਾ ਬੁੱਢਾ ਸਾਹਿਬ ਜੀ। ਆਪਾਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਭਾਈ ਬੁੱਢਾ ਕਰਕੇ ਉਹਨਾਂ ਨੂੰ ਸੰਬੋਧਨ ਕਰਨਾ ਕੀਤਾ, ਭਾਈ ਸ਼ਬਦ ਦੇ ਨਾਲ ਉਹਨਾਂ ਨੂੰ ਨਿਵਾਜਣਾ ਕੀਤਾ ਹੈ। ਸ਼ਰਨ ਗਹਿਓ ਸੁਖ ਧਾਮ ਕਰੁਣਾ ਕੀਨੀ ਜਗਤ ਗੁਰ। ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਨੂੰ ਇਹ ਜਾ ਪ੍ਰਾਪਤ ਹੋਏ ਹਨ। ਮਹਾਰਾਜ ਜਗਤ ਗੁਰਾਂ ਨੇ ਇਹਨਾਂ ਦੇ ਉੱਤੇ ਕਿਰਪਾ ਕੀਤੀ। ਚੌਪਈ ਹੈ ਸਿਸ ਕਰਕੇ ਭਾਵਨ ਭਾਰੀ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਬੇਟਾ ਤੂੰ ਬਹੁਤ ਜ਼ਿਆਦੀ ਭਾਵਨੀ ਕਰਕੇ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਬੰਧਨ ਕਰ ਕਰਤਾਰ ਅਗਾਰੀ। ਸਤਿਗੁਰੂ ਜੀ ਕਹਿਣ ਲੱਗੇ ਬੇਟਾ ਜੇ ਬੰਦਨਾ ਹੀ ਕਰਨੀ ਨਾ ਤੇ ਮਹਾਰਾਜ ਜੀ ਨੇ ਕਿਹਾ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਜੇ ਆਦੇਸ਼ ਹੀ ਕਰਨੀ ਹੈ ਨਮਸਕਾਰੀ ਕਰਨਾ ਤੇ ਉਹ ਕਰਤਾਰ ਪ੍ਰਮਾਤਮਾ ਦੇ ਅੱਗੇ ਨਮਸਕਾਰ ਕਰਨਾ ਕਰ। ਪੂਰਨ ਹੋਵਹਿ ਉਰ ਕੀ ਆਸਾ। ਤੇਰੇ ਮਨ ਦੀ ਉਰ ਦੀ ਆਸ ਜੋ ਹੈ ਇਹ ਪੂਰੀ ਹੋ ਜਾਵੇਗੀ। ਪ੍ਰਾਪਤ ਭਲੋ ਗਿਆਨ ਸੁਖ ਰਾਸ। ਤੈਨੂੰ ਗਿਆਨ ਤੇ ਸੁਖਾਂ ਦੀ ਰਾਸ ਦੀ ਪ੍ਰਾਪਤੀ ਹੋ ਜਾਵੇਗੀ। ਸੁਨ ਕੇ ਦ્વੈ ਕਰ ਜੋਰਨ ਕੀਨੇ। ਸੁਨ ਕਰਕੇ ਭਾਈ ਬੁੱਢਾ ਜੀ ਨੇ ਦੋਵੇਂ ਹੱਥ ਜੋੜਨੇ ਕੀਤੇ। ਬੰਦੇ ਪੰਕਜ ਪਾਏ ਪ੍ਰਵੀਨੇ। ਸਤਿਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਉੱਤੇ ਬੰਦਨਾ ਕੀਤੀ ਹੈ। ਭਇਓ ਗਿਆਨ ਤੈ ਛਿਨ ਸੁਖ ਰਾਸੀ। ਉਸੇ ਵੇਲੇ ਸੁਖਾਂ ਦੀ ਰਾਸ ਮਹਾਰਾਜ ਜੀ ਨੇ ਗਿਆਨ ਦੀ ਦਾਤ ਦੇ ਦਿੱਤੀ ਹੈ। ਸਗਰੀ ਉਰਤੇ ਦ્વੈਤ ਬਿਨਾਸ਼ੀ। ਮਨ ਦੇ ਵਿੱਚ ਜੋ ਦ્વੈਸ਼ ਦੁੱਤਤਾਈ ਸੀ ਨਾ ਉਹ ਨਾਸ਼ ਹੋ ਗਈ, ਖਤਮ ਹੋ ਗਈ। ਕਿਰਪਾ ਨਿਧਾਨ ਬਹੁਰ ਬਚ ਕਹੇ। ਕਿਰਪਾ ਨਿਧਾਨ ਨੇ ਬਾਅਦ ਦੇ ਵਿੱਚ ਭਾਈ ਬੁੱਢਾ ਸਾਹਿਬ ਜੀ ਦੇ ਨਾਲ ਵਚਨ ਕੀਤਾ। ਸਵਾ ਜਾਮ ਜਾਮਨ ਜਬ ਰਹੇ। ਸਤਿਗੁਰੂ ਜੀ ਕਹਿਣ ਲੱਗੇ ਕਿ ਬੇਟਾ ਸਵਾ ਪੈਰ ਜਦੋਂ ਰਾਤ ਰਹਿ ਜਾਵੇਗੀ ਨਿਤ ਉਠ ਤਬ ਹੀ ਕਰੋ ਇਸ਼ਨਾਨਾ। ਨਿਤ ਉਥੇ ਉੱਠ ਕਰਕੇ ਤੂੰ ਰੋਜ਼ ਇਸ਼ਨਾਨ ਕਰਨਾ ਵੱਡੇ ਅੰਮ੍ਰਿਤ ਵੇਲੇ। ਸਿਮਰਹੁ ਨਾਮ ਮਾਨ ਮਨ ਭਾਨਾ। ਤੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਕਰੋ ਜੋ ਨਾਮ ਸਾਰਿਆਂ ਦੇ ਮਨ ਨੂੰ ਭਾਉਂਦਾ ਹੈ। ਹੱਥ ਜੋੜ ਸਿਸ ਬਚਨ ਬਖਾਨਾ। ਹੱਥ ਜੋੜ ਕਰਕੇ ਉਸ ਬੱਚੇ ਨੇ ਭਾਈ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ। ਅਬ ਲਓ ਰਾਖਿਓ ਉਚਿਤ ਇਸ਼ਨਾਨਾ। ਕਹਿੰਦੇ ਸਤਿਗੁਰੂ ਮਹਾਰਾਜ ਹੁਣ ਤੱਕ ਤੁਸੀਂ ਮੈਨੂੰ ਇਸ਼ਨਾਨ ਦੇ ਜੋਗਾ ਹੀ ਰੱਖ ਲਿਆ, ਭਾਵ ਕਿ ਮੈਂ ਹੁਣ ਵੀ ਇਸ਼ਨਾਨ ਕਰਨਾ ਕਰਾਂ। ਮੈਂ ਮਲ ਨਾਸ਼ ਕਰੀ ਇੱਕ ਵਾਰ। ਕਿਉਂਕਿ ਸਤਿਗੁਰੂ ਮਹਾਰਾਜ ਇਹ ਗੱਲ ਜਿਹੜੀ ਨਾ ਪਿਆਰਿਓ ਮਤਾ ਕਿਤੇ, ਕਿਉਂਕਿ ਕਵਿਤਾ ਜੋ ਹੁੰਦੀ ਹੈ ਸਤਿਗੁਰੂ ਮਹਾਰਾਜ ਜੋ ਬਾਣੀ ਉਚਾਰਦੇ ਹਨ ਜਾਂ ਕਵੀ ਜੋ ਆਪਣੀ ਭਾਵਨਾ ਨੂੰ ਕਵਿਤਾ ਦੇ ਵਿੱਚ ਵਿਅਕਤ ਕਰਦੇ ਤੇ ਪਿਆਰਿਓ ਜਦੋਂ ਆਪਾਂ ਉਹਦੇ ਅਰਥ ਕਰਦੇ ਨਾ ਤੇ ਉਹਨਾਂ ਦੀ ਭਾਵਨਾ ਨੂੰ ਮੁੱਖ ਰੱਖਣਾ ਚਾਹੀਦਾ। ਜੇ ਸਿਰਫ ਸ਼ਬਦਾਂ ਨੂੰ ਮੁੱਖ ਰੱਖ ਕਰਕੇ ਚਲੋਗੇ ਤਾਂ ਪਿਆਰਿਓ ਕੁਛ ਪ੍ਰਾਪਤ ਨਹੀਂ ਹੋਵੇਗਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸ਼ਬਦ ਆਉਂਦੇ, ਤਕਰੀਬਨ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸ਼ਬਦ ਤਾਂ ਵੱਖਰੇ ਹੁੰਦੇ, ਬਾਰੀ ਸ਼ਬਦ ਹੁੰਦੇ, ਲੇਕਿਨ ਅੰਦਰ ਦੀ ਭਾਵਨਾ ਜਿਹੜੀ ਹੈ ਉਹ ਵੱਖ ਹੁੰਦੀ ਹੈ। ਮਹਾਰਾਜ ਜੀ ਦੇ ਕਹਿਣ ਦਾ ਤਾਤਪਰਯ ਜਿਹੜਾ ਉਹ ਵੱਖਰਾ ਹੁੰਦਾ। ਕਈ ਜਿਹੜੇ ਅਣਜਾਣ ਲੋਕ ਹੁੰਦੇ ਹਨ ਤੇ ਉਹ ਸਿਰਫ ਬਾਰੀ ਸ਼ਬਦਾਂ ਨੂੰ ਹੀ ਪਕੜ ਕੇ ਰੱਖ ਲੈਂਦੇ ਹਨ। ਜੇ ਸਿਰਫ ਬਾਰੀ ਸ਼ਬਦਾਂ ਨੂੰ ਪਕੜ ਕਰਕੇ ਬਾਰੀ ਅਰਥ ਕਰੋਗੇ ਤਾਂ ਅੰਦਰ ਦਾ ਗਿਆਨ ਪਿਆਰਿਓ ਕਦੇ ਨਹੀਂ ਹੋਵੇਗਾ। ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਕਈ ਸ਼ਬਦ ਆਉਂਦੇ ਹਨ ਤੇ RAM ਰਾਏ ਸੋ ਦੁਲਹਿ ਪਾਇਓ ਅਸ ਬੜ ਭਾਗ ਹਮਾਰਾ। ਕਬੀਰ ਸਾਹਿਬ ਜੀ ਦਾ ਸ਼ਬਦ ਪੜ੍ਹਦੇ ਆ, ਉਹਦੇ ਵਿੱਚ ਕਬੀਰ ਸਾਹਿਬ ਜੀ ਨੇ ਕਹਿ ਦਿੱਤਾ ਕਿ ਪ੍ਰਮਾਤਮਾ ਵਰਗਾ ਮੈਨੂੰ ਦੂਲਾ ਮਿਲ ਗਿਆ, ਭਾਵ ਕਿ ਪ੍ਰਮਾਤਮਾ ਨੂੰ ਮੈਨੇ ਆਪਣਾ ਪਤੀ ਬਣਾ ਲਿਆ। ਤੇ ਤਰਕਵਾਦੀ ਜਿਹੜੇ ਬਾਰੀ ਅਰਥ ਕਰਨ ਵਾਲੇ ਇਹਦਾ ਅਰਥ ਬਹੁਤ ਗਲਤ ਪਾਸੇ ਲੈ ਕੇ ਜਾਂਦੇ। ਜਦੋਂ ਕਿਆਨਾ ਮਹਾਰਾਜ ਜੀ ਨੇ ਆਜ ਨਾ ਸੁੱਤੀ ਕਾਂ ਇਹਦੇ ਬਾਰੀ ਅਰਥ ਕਰੋਗੇ ਤਾਂ ਪਿਆਰਿਓ ਗੱਲ ਸਮਝ ਨਹੀਂ ਆਵੇਗੀ। ਇਹਦੇ ਭਾਵ ਅਰਥ ਜਿਹੜੇ ਹਨ ਉਹ ਕਰਨੇ ਚਾਹੀਦੇ। ਜੇ ਆਪਾਂ ਭਾਵ ਅਰਥ ਦੀ ਵਿਚਾਰ ਕਰਦੇ ਹਾਂ ਤਾਂ ਪਿਆਰਿਓ ਆਪਾਂ ਗੁਰਬਾਣੀ ਨੂੰ ਸਮਝਣ ਦੀ ਲਿਆਕਤ ਰੱਖ ਸਕਦੇ, ਤਾਂ ਗੁਰਬਾਣੀ ਆਪਾਂ ਸਮਝ ਸਕਦੇ ਹਾਂ।
ਤੇ ਆ ਜਿਹੜਾ ਬਚਨ ਕੀਤਾ ਨਾ ਮਹਾਰਾਜ, ਤੇ ਹੁਣ ਤੱਕ ਮਹਾਰਾਜ ਆਪ ਜੀ ਨੇ ਮੈਨੂੰ ਇਸ਼ਨਾਨ ਦੇ ਵੱਲ ਹੀ ਰੱਖ ਲਿਆ। ਮੇਰਾ ਤਾਂ ਸਾਰਾ ਮਲ ਜਿਹੜਾ ਹੈ ਉਹ ਉਤਰ ਗਿਆ ਹੈ। ਭਾਵ ਕਿ ਇਹ ਗੱਲ ਜਿਹੜੀ ਹੈ ਭਾਈ ਬੁੱਢਾ ਜੀ ਇਹ ਬਾਹਰ ਦੀ ਗੱਲ ਨਹੀਂ ਕਰ ਰਹੇ ਹਨ, ਕਿਉਂਕਿ ਬਾਹਰੀ ਸਰੀਰ ਜਿਹੜਾ ਨਾ ਪਿਆਰਿਓ, ਭਾਵੇਂ ਸਤਿਗੁਰੂ ਹਨ, ਭਾਵੇਂ ਕੋਈ ਸਿੱਖ ਹਨ, ਅਮੀਰ ਹੋਵੇ ਗਰੀਬ ਹੋਵੇ, ਤੇ ਸਰੀਰ ਦਾ ਪਿਆਰਿਓ ਨਿਯਮ ਜਿਹੜਾ ਸਾਰਿਆਂ ਦੇ ਵਾਸਤੇ ਇੱਕੋ ਜਿਹਾ ਹੈ। ਸਾਰਿਆਂ ਦਾ ਸਰੀਰ ਜਿਹੜਾ ਮਲ ਦੇ ਨਾਲ ਭਰ ਜਾਂਦਾ, ਉਹ ਮਲ ਨੂੰ ਜਿਹੜੀ ਹੈ ਲਾਉਣੀ ਜ਼ਰੂਰੀ ਹੁੰਦੀ ਹੈ। ਸਤਿਗੁਰੂ ਮਹਾਰਾਜ ਜੀ ਨੇ ਸਿੱਖ ਨੂੰ, ਖਾਲਸੇ ਨੂੰ ਮਲ ਧਾਰੀ ਨਹੀਂ ਬਣਾਇਆ। ਆਪਾਂ ਔਰ ਦੂਜੇ ਸੰਪਰਦਾਵਾਂ ਦੇ ਵਿੱਚ ਵੇਖਦੇ ਹਾਂ, ਜਿਸ ਤਰ੍ਹਾਂ ਕਿ ਬੌਧੀ ਹੋ ਗਏ, ਜੈਨੀ ਲੋਕ ਹੋ ਗਏ ਹਨ। ਜੈਨੀ ਸਾਧ ਪਿਆਰਿਓ ਉਹ ਤਾਂ ਇਸ਼ਨਾਨ ਹੀ ਨਹੀਂ ਕਰਦੇ। ਉਹ ਕਹਿੰਦੇ ਜੀ ਇਹ ਸਰੀਰ ਦੀ ਆਸਕਤੀ ਹੈ, ਇਹ ਬਾਰੀ ਸਰੀਰ ਦਾ ਭਾਵੇਂ ਜਿੰਨਾ ਮਰਜੀ ਮਲ ਲਾਈ ਜਾਓ, ਗੰਦਗੀ ਲਾਈ ਜਾਓ, ਇਹਦੇ ਵਿੱਚ ਫਿਰ ਗੰਦਗੀ ਲੱਗ ਜਾਵੇਗੀ। ਤੇ ਅਸੀਂ ਤਾਂ ਮਨ ਨੂੰ ਨਿਰਮਲ ਕਰਦਾ ਕੀਤਾ, ਸਾਡਾ ਮਨ ਨਿਰਮਲ ਹੋ ਗਿਆ, ਸਰੀਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਿਆਰਿਓ, ਸਰੀਰ ਵੀ ਤਾਂ ਸਾਡਾ ਹੀ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਕਿ ਸਰੀਰ ਸਵਸਥ ਖੀਣ ਸਮੈ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ ਹੈ। ਸਰੀਰ ਜਦੋਂ ਤੱਕ ਸਾਡਾ ਹੋਵੇ ਉਦੋਂ ਤੱਕ ਸਰੀਰ ਦੀ ਵੀ ਪੂਰੀ ਮਰਿਆਦਾ, ਉਹਦਾ ਵੀ ਰੱਖ ਰਖਾਵ, ਉਹਦਾ ਵੀ ਪੂਰਾ ਸਾਨੂੰ ਪ੍ਰਬੰਧ ਕਰਨਾ ਚਾਹੀਦਾ। ਮਹਾਰਾਜ ਜੀ ਨੇ ਕਿਹਾ ਨਾ ਤਿਸ ਦੇਹੀ ਕੋ ਪਾਲ, ਉਹ ਦੇਹੀ ਨੂੰ ਵੀ ਪਾਲਣਾ ਚਾਹੀਦਾ। ਐਵੇਂ ਸਰੀਰ ਨੂੰ ਮਲ ਧਾਰੀ ਬਣਾ ਕਰਕੇ, ਗੰਦਗੀ ਦਾ ਪੋਟਲਾ ਬਣਾ ਕਰਕੇ ਰੱਖ ਲਿਓ ਤਾਂ ਪਿਆਰਿਓ ਬਾਹਰ ਗੰਦਗੀ ਹੈ ਤਾਂ ਫਿਰ ਅੰਦਰ ਨਿਰਮਲ ਕਿਸ ਤਰ੍ਹਾਂ ਹੋਵੇਗਾ। ਮਹਾਰਾਜ ਜੀ ਨੇ ਦੋਵੇਂ ਪਾਸੇ ਨਿਰਮਲਤਾਈ ਦੀ ਗੱਲ ਕੀਤੀ ਹੈ। ਜੀਆਹੋ ਨਿਰਮਲ, ਬਾਹਰੋਂ ਨਿਰਮਲ, ਤੇ ਅੰਦਰ ਦਾ ਮਨ ਜਿਹੜਾ ਪਿਆਰਿਓ ਨਾਮ ਕਰਕੇ ਨਿਰਮਲ ਹੋਵੇਗਾ, ਤੇ ਬਾਹਰ ਦਾ ਸਰੀਰ ਜਿਹੜਾ ਇਸ਼ਨਾਨ ਦੇ ਨਾਲ ਇਹ ਨਿਰਮਲ ਹੁੰਦਾ ਹੈ। ਰਾਵਰ ਦਰਸ਼ਨ ਪਰ ਬਲਹਾਰਾ, ਆਪ ਜੀ ਦੇ ਦਰਸ਼ਨ ਕਰਨ ਕਰਕੇ ਮਹਾਰਾਜ ਮੇਰਾ ਮਨ ਜਿਹੜਾ ਹੈ ਇਹ ਨਿਰਮਲ ਹੋ ਗਿਆ। ਬੋਹਰ ਨ ਕਬ ਲਾਗਹਿ ਮਲ ਲੇਸ਼ਾ, ਹੁਣ ਮਹਾਰਾਜ ਮੇਰੇ ਮਨ ਨੂੰ ਕਦੇ ਵੀ ਮਲ ਦੀ ਲੇਸ਼ ਮਾਤਰ ਨਹੀਂ ਲੱਗ ਸਕਦੀ। ਜਨਮ ਮਰਨ ਕੇ ਮਿਟੇ ਕਲੇਸ਼ਾ, ਜਨਮ ਮਰਨ ਦੇ ਮੇਰੇ ਕਲੇਸ਼ ਆਪ ਜੀ ਨੇ ਮਿਟਾ ਦਿੱਤੇ। ਵਾਯੂ ਨਿਰਮਲ ਸਹਿਜ ਸਰੂਪਾ, ਤੇ ਨਿਰਮਲ ਸਹਿਜ ਸਰੂਪ ਜਿਹੜਾ ਹੈ ਉਹਦੀ ਮੈਨੂੰ ਪ੍ਰਾਪਤੀ ਹੋ ਗਈ। ਜਿਹ ਜਾਣਤ ਪਾ ਆਨੰਦ ਅਨੂਪਾ, ਜਿਹਨੂੰ ਜਾਣਨ ਕਰਕੇ ਅਨੂਪਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਜੀ। ਗੁਰੂ ਭਨਿਓ ਤੋਹ ਮਨੁਜ ਅਨੇਕਾ, ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਹੁਣ ਦੂਜਾ ਵਰ ਦਿੱਤਾ, ਕਿਹਾ ਭਾਈ ਬੁੱਢਾ ਜੀ ਤੁਸਾਂ ਨੇ ਬਹੁਤ ਸਾਰੇ ਜੀਆਂ ਦਾ ਮਿਲ ਹੈ ਪਾਵਨ ਹੇਤ ਵਿਵੇਕਾ, ਆਪ ਜੀ ਨੇ ਬੇਅੰਤ ਜੀਆਂ ਦਾ ਉਧਾਰ ਕਰਨਾ ਹੈ। ਤੁਸੀਂ ਤਾਂ ਨਿਰਮਲ ਹੋ ਗਏ ਹੋ, ਤੇ ਜਿਹੜਾ ਵੀ ਤੁਹਾਡੀ ਸੰਗਤ ਕਰੇਗਾ ਉਹ ਵੀ ਪਾਵਨ ਹੋ ਜਾਵੇਗਾ, ਪਵਿੱਤਰ ਹੋ ਜਾਵੇਗਾ, ਉਹਨੂੰ ਵੀ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ। ਤੁਝ ਕੋ ਦੇਖ ਆਚਾਰ ਕਰੰਤਾ, ਸਤਿਗੁਰੂ ਮਹਾਰਾਜ ਕਹਿਣ ਲੱਗੇ ਤੁਝ ਕੋ ਦੇਖ ਆਚਾਰ ਕਰੰਤਾ। ਆਚਾਰ ਦਾ ਮਤਲਬ ਆਚਰਣ। ਜਿਹੜਾ ਤੁਹਾਡੀ ਸੰਗਤ ਕਰੇਗਾ ਨਾ ਉਹ ਆਪ ਜੀ ਤੋਂ ਪ੍ਰਭਾਵਿਤ ਹੋ ਕਰਕੇ ਆਪ ਜੀ ਤੋਂ ਆਚਰਣ ਉਹਨੇ ਧਾਰਨ ਕਰਨਾ ਹੈ। ਤਿਨ ਰੁਚ ਜਾਗਹਿ ਹੋਵਹਿ ਸੰਤਾ, ਉਹਦੇ ਅੰਦਰ ਵੀ ਰੁਚੀ ਜਾਗਰਤ ਹੋ ਜਾਵੇਗੀ। ਤੂੰ ਤਾਂ ਸੰਤ ਬਣ ਗਿਆ ਭਾਈ, ਜਿਹੜਾ ਤੇਰੀ ਸੰਗਤ ਕਰੇਗਾ ਉਹ ਵੀ ਸੰਤ ਹੋ ਜਾਵੇਗਾ, ਉਹ ਵੀ ਨਿਹਾਲ ਹੋ ਜਾਵੇਗਾ। ਇਸ ਬਿਦ ਹੋਇ ਕਿਰਤਾਰਥ ਸੋ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਭਾਈ ਬੁੱਢਾ ਸਾਹਿਬ ਜੀ ਨੂੰ ਕਿਰਤਾਰਥ ਕੀਤਾ। ਬੈਠ ਰਹਿਓ ਘਰ ਗਇਓ ਨ ਸੋ, ਭਾਈ ਬੁੱਢਾ ਜੀ ਫਿਰ ਤਾਂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠੇ ਰਹੇ, ਉਹ ਆਪਣੇ ਘਰ ਨੂੰ ਨਹੀਂ ਗਏ। ਪੂਜਤ ਮਾਤ ਪਿਤਾ ਤਿਸ ਕੇਰੇ, ਫਿਰ ਬਾਅਦ ਦੇ ਵਿੱਚ ਉਹਨਾਂ ਦੀ ਮਾਤਾ ਤੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਲੱਭਦੇ ਲਭਾਉਂਦੇ ਚਲ ਆਏ ਸ਼੍ਰੀ ਨਾਨਕ ਡੇਰੇ, ਉਹ ਸਤਿਗੁਰੂ ਮਹਾਰਾਜ ਜੀ ਦੇ ਡੇਰੇ ਕਰਤਾਰਪੁਰ ਸਾਹਿਬ ਦੇ ਵਿੱਚ ਚੱਲ ਕਰੀ ਬੁੱਢੇ ਨੂੰ ਉਹਨਾਂ ਨੇ ਵੇਖਣਾ ਕੀਤਾ। ਗੁਰ ਬੈਨਨ ਤੇ ਪਾ ਬ੍ਰਿਧ ਤਬ ਹੀ, ਸਤਿਗੁਰੂ ਮਹਾਰਾਜ ਜੀ ਦੇ ਬਚਨਾ ਕਰਕੇ ਉਸੇ ਵੇਲੇ ਭਾਈ ਬੂੜਾ ਜਿਹੜਾ ਉਹ ਬੁੱਢਾ ਬਣ ਗਿਆ, ਸਿਆਣਾ ਬਣ ਗਿਆ, ਗਿਆਨਵਾਨ ਹੋ ਗਿਆ। ਇਸ ਪ੍ਰਕਾਰ ਸੋ ਦੇਖ ਸਿਧਾਰੇ, ਉਹਨਾਂ ਨੇ ਇਸ ਤਰ੍ਹਾਂ ਦੇਖਿਆ, ਜਦੋਂ ਵੇਖਿਆ ਨਾ ਆਪਣੇ ਬੱਚੇ ਨੂੰ, ਤੇ ਉਹਨਾਂ ਦੇ ਮਨ ਵਿੱਚ ਆਇਆ ਕਿ ਇਹਦੇ ਅੰਦਰ ਤਾਂ ਨਾਮ ਦੀ ਰੌਂ ਚੱਲ ਪਈ ਹੈ। ਇਹ ਤਾਂ ਜਨ ਦੀਪਕ ਦੇ ਦੀਪ ਜਗਾਨਾ, ਇਹ ਤਾਂ ਦੀਏ ਦੇ ਨਾਲ ਲੱਗ ਕਰਕੇ ਜਿਸ ਤਰ੍ਹਾਂ ਦੀਆ ਜਲ ਜਾਂਦਾ, ਇਹ ਉਂਝ ਜਾਗਰਤ ਹੋ ਗਏ।
ਹੁਣ ਇਹਨੂੰ ਇੱਥੋਂ ਹਟਾਉਣਾ ਠੀਕ ਨਹੀਂ ਹੈ। ਇਹ ਵਿਚਾਰ ਕਰਕੇ ਮਹਾਰਾਜ ਜੀ ਦੇ ਨਾਲ ਬਚਨ ਵਿਲਾਸ ਕਰਕੇ ਵਾਪਸ ਚੱਲ ਗਏ। ਰਹਿਓ ਸੋ ਬੂੜਾ ਸ਼੍ਰੀ ਪ੍ਰਭ ਦੁਆਰੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਭਾਈ ਬੁੱਢਾ ਸਾਹਿਬ ਜੀ ਫਿਰ ਰਹਿ ਕਰਕੇ ਅਣਥੱਕ ਬੇਅੰਤ ਇਹਨਾਂ ਨੇ ਸੇਵਾਵਾਂ ਕੀਤੀਆਂ। ਪਦ ਪੰਕਜ ਸੇਵਹਿ ਤਰ ਭਾਊ। ਬਹੁਤ ਭਾਵਨਾ ਧਾਰਨ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਦੀ ਬਾਲ ਅਵਸਥਾ ਦੇ ਵਿੱਚ ਹੀ ਇਹ ਸੇਵਾ ਕਰਿਆ ਕਰਦੇ। ਦਿਖੇ ਬਾਸ਼ਨਾ ਫੁਰਤ ਨ ਕਾਉ। ਕਦੇ ਵੀ ਮਨ ਦੇ ਵਿੱਚ ਵਿਸ਼ੇ ਵਾਸ਼ਨਾ ਕਦੇ ਨਹੀਂ ਫੁੱਟਦੀ ਹੈ। ਮਨ ਥਿਤ ਕਰ ਸਤ ਸੰਗ ਸਮਾਵਾ। ਮਨ ਨੂੰ ਸਥਿਤ ਕਰਕੇ ਸਤ ਸੰਗਤ ਦੇ ਵਿੱਚ ਚੱਲ ਕਰਕੇ ਜਾਂਦੇ। ਹੁਣ ਜਬ ਕੇਤਿਕ ਸਮਾ ਬਿਤਾਵਾ। ਇਸ ਤਰ੍ਹਾਂ ਪਿਆਰਿਓ ਜਦੋਂ ਕੁਛ ਕੋ ਸਮਾਂ ਜਦੋਂ ਬਤੀਤ ਹੋਇਆ, ਸੁਣੀਏ ਸ਼੍ਰੀ ਅੰਗਦ ਇਤਿਹਾਸ। ਇਥੋਂ ਪ੍ਰਕਰਨ ਜਿਹੜਾ ਬਦਲ ਰਿਹਾ। ਭਾਈ ਬਾਲਾ ਜੀ ਕਹਿੰਦੇ ਸ਼੍ਰੀ ਅੰਗਦ ਦੇਵ ਜੀ ਮਹਾਰਾਜ ਇਹ ਇਤਿਹਾਸ ਆਪ ਜੀ ਸਰਵਣ ਕਰੋ। ਮੈਂ ਇੱਕ ਦਿਵਸ ਸੁਲੱਖਣੀ ਪਾਸ। ਇੱਕ ਦਿਨ ਦੀ ਗੱਲ ਹੈ, ਮੈਂ ਬੈਠਿਆ ਹੋਇਆ ਸੀ ਤੇ ਮੈਂ ਮਾਤ ਸੁਲੱਖਣੀ ਜੀ ਦੇ ਕੋਲ ਗਿਆ। ਸਹਿਜ ਸੁਭਾਏ ਸੋ ਬੈਠਿਓ ਜਾਈ। ਸਹਿਜ ਸੁਭਾਈ ਮੈਂ ਉਹਨਾਂ ਦੇ ਕੋਲ ਜਾ ਕਰਕੇ ਬੈਠ ਗਿਆ। ਇਸ ਬਿਦ ਮੁਝ ਕੋ ਗਿਰਾ ਅਲਾਈ। ਇਸ ਤਰ੍ਹਾਂ ਮਾਤ ਜੀ ਨੇ ਮੇਰੇ ਤਾਈਂ ਬਚਨ ਕੀਤਾ ਹੈ। ਦੋਹਰਾ ਟਿਕਨ ਦੇਹੁ ਅਬ ਤਪੇ ਕੋ ਵਿਚਰਨ ਕੀਨ ਵਿਸ਼ਾਲ। ਤੇ ਮਾਤ ਜੀ ਨੇ ਬਚਨ ਕਰਨਾ ਕੀਤਾ ਭਾਈ ਬਾਲੇ ਨੂੰ ਕਿਹਾ ਕਿ ਬਾਲਾ ਜੀ ਇੱਕ ਕੰਮ ਕਰਨਾ ਕਰੋ, ਬਹੁਤ ਸਮਾਂ ਹੋ ਗਿਆ। ਆਪ ਜੀ ਨੇ ਇੰਨੀ ਲੰਬੀ ਉਦਾਸੀ ਕਰਨੀ ਕੀਤੀ, ਜਗਤ ਜਲੰਦੇ ਨੂੰ ਤਾਰਨਾ ਕੀਤਾ। ਹੁਣ ਕਿੱਥੇ ਨਾ ਜਾਓ, ਤਪਾ ਜੀ ਨੂੰ ਵੀ ਇੱਥੇ ਟਿਕਣ ਦਿਓ, ਰਹਿਣ ਦਿਓ ਤੇ ਤੁਸੀਂ ਵੀ ਇੱਥੇ ਰਹੋ ਟਿਕ ਕਰਕੇ। ਦੇਸ਼ ਵਿਦੇਸ਼ਨ ਕੇ ਬਿਖੈ ਰਹਿਓ ਸੰਗ ਚਿਰਕਾਲ। ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤਾਂ ਤੁਸੀਂ ਬਹੁਤ ਜ਼ਿਆਦੀ ਯਾਤਰਾ ਕੀਤੀ ਹੈ। ਬਹੁਤ ਲੰਬਾ ਸਮਾਂ ਤੁਸਾਂ ਨੇ ਜੀਆਂ ਦਾ ਉਧਾਰ ਘਰ ਘਰ ਦੇ ਵਿੱਚ ਜਾ ਕਰਕੇ ਕਰਨਾ ਕੀਤਾ। ਸੋ ਪਈ ਲੈ ਤੁਝ ਕੋ ਨਿਜ ਸੰਗ ਸਿਧਾਰੈ। ਕਿਉਂਕਿ ਤੂੰ ਜੇ ਇੱਥੇ ਰਵੇਗਾ ਨਾ ਤੇ ਤੁਹਾਨੂੰ ਲੈ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਔਰ ਯਾਤਰਾ ਤੇ ਚੱਲ ਜਾਣਾ। ਬਾਹਰ ਕਾਲ ਵਿਸਾਲ ਗੁਜ਼ਾਰੈ। ਬਹੁਤ ਲੰਬਾ ਸਮਾਂ ਸਤਿਗੁਰਾਂ ਨੇ ਪਹਿਲਾਂ ਬਤੀਤ ਕੀਤਾ ਹੈ। ਹਮਰੇ ਪਾਸ ਰਹਿਣ ਦੇਹੁ ਅਬ ਹੀ। ਹੁਣ ਆਪ ਜੀ ਇੱਕ ਕੰਮ ਕਰਨਾ ਕਰੋ, ਇੱਥੇ ਹੀ ਟਿਕ ਕਰਕੇ ਰਹੋ। ਇੱਥੇ ਹੀ ਕਰਤਾਰਪੁਰ ਦੇ ਵਿੱਚ ਰਹਿ ਕਰਕੇ ਸਿੱਖੀ ਦਾ ਪ੍ਰਚਾਰ ਕਰਨਾ ਕਰੋ। ਤੁਝ ਬਿਨ ਜਾਏ ਵਹਿਰ ਨਹਿ ਕਬ ਹੀ। ਕਿਉਂਕਿ ਸਤਿਗੁਰੂ ਮਹਾਰਾਜ ਇੱਕ ਤਾਂ ਸਾਥੀ ਜਿਹੜਾ ਉਹ ਸਦੀਵ ਕਾਲ ਲਈ ਵਿਛੜ ਗਿਆ, ਮਹਾਰਾਜ ਵਿੱਚ ਹੀ ਸਮਾ ਗਿਆ। ਉਹਨਾਂ ਦਾ ਨਾਮ ਸੀ ਭਾਈ ਮਰਦਾਨਾ ਜੀ। ਲੇਕਿਨ ਭਾਈ ਬਾਲਾ ਜੀ ਜੀਵਤ ਸਨ। ਮਾਤ ਜੀ ਨੇ ਕਿਹਾ ਕਿ ਤੁਸੀਂ ਐ ਤੇ ਤੁਹਾਡੇ ਨਾਲ ਮਹਾਰਾਜ ਜੀ ਦੀ ਬਹੁਤ ਬਣਦੀ ਹੈ। ਮਹਾਰਾਜ ਜੀ ਨੂੰ ਤਾਂ ਆਪਾਂ ਨਹੀਂ ਕਹਿ ਸਕਦੇ ਆ, ਲੇਕਿਨ ਤੁਸੀਂ ਹੋ ਗਏ। ਉਹਨਾਂ ਨੇ ਕਹਿਣਾ ਚੱਲ ਬਾਲਿਆ, ਤੇ ਫਿਰ ਤੁਸਾਂ ਨੇ ਵੀ ਮਹਾਰਾਜ ਜੀ ਦਾ ਬਚਨ ਨਹੀਂ ਮੋੜਨਾ। ਤੁਸਾਂ ਨੇ ਵੀ ਕਹਿਣਾ ਸਤ ਕਰਤਾਰ ਜੀ, ਸਤਿਗੁਰੂ ਮਹਾਰਾਜ ਜਿੱਥੇ ਚੱਲਣਾ ਚਲੋ ਕਰਕੇ। ਮੈਂ ਸੁਣ ਕੇ ਮਨ ਮਾਹ ਵਿਚਾਰਾ। ਤੇ ਭਾਈ ਬਾਲਾ ਜੀ ਕਹਿੰਦੇ ਮੈਨੇ ਸੁਣ ਕੇ ਮਨ ਵਿੱਚ ਵਿਚਾਰ ਕੀਤੀ। ਨਿਜ ਹਿਤ ਇਨ ਬਚ ਸਾਚ ਉਚਾਰਾ। ਇਹਨਾਂ ਨੇ ਤਾਂ ਮਾਤ ਜੀ ਨੇ ਜੋ ਬਚਨ ਕੀਤਾ ਨਾ, ਇਹ ਤਾਂ ਸੱਚਾ ਬਚਨ ਹੈ। ਚਿਰੰਕਾਲ ਲਗ ਕੀਨ ਉਦਾਸੀ। ਬਹੁਤ ਲੰਬਾ ਚਿਰ ਸਤਿਗੁਰੂ ਮਹਾਰਾਜ ਜੀ ਨੇ ਉਦਾਸੀ ਨੂੰ ਧਾਰਨ ਕੀਤਾ। ਅਬ ਇਉ ਉਚਿਤ ਰਹਿ ਇਨ ਪਾਸੇ। ਤੇ ਹੁਣ ਇਹ ਉਚਿਤ ਨਹੀਂ ਹੈ। ਹੁਣ ਤਾਂ ਸਤਿਗੁਰੂ ਮਹਾਰਾਜ ਇੱਕ ਪਾਸੇ ਟਿਕ ਕੇ ਰਹਿ ਕਰਕੇ ਸਿੱਖੀ ਦਾ ਪ੍ਰਚਾਰ ਕਰਨ। ਮਾਤ ਜੀ ਵੀ, ਮਾਤਾ ਸੁਲੱਖਣੀ ਜੀ ਵੀ ਇਹਨਾਂ ਦੇ ਨਾਲ ਰਹਿਣ। ਮਾਨ ਬਚਨ ਮੈਂ ਪ੍ਰਭ ਢਿਗ ਆਵਾਂ। ਬਚਨ ਮੰਨ ਕਰਕੇ ਭਾਈ ਬਾਲਾ ਜੀ ਮਹਾਰਾਜ ਜੀ ਦੇ ਕੋਲ ਆਏ। ਹੱਥ ਜੋੜ ਕੇ ਤਬੈ ਅਲਾਵਾ। ਹੱਥ ਜੋੜ ਕਰਕੇ ਬਚਨ ਕਰਨਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਇੱਕ ਗੱਲ ਦੱਸਣਾ ਕਰੋ। ਆ ਇੰਨਾ ਵੱਡਾ ਆਪਣਾ ਡੇਰਾ ਬਣ ਗਿਆ ਕਰਤਾਰਪੁਰ ਸਾਹਿਬ, ਸਿੱਖੀ ਦਾ ਪ੍ਰਚਾਰ ਆਰੰਭ ਹੋ ਗਿਆ। ਇਹ ਤੋਂ ਬਾਅਦ ਸਤਿਗੁਰੂ ਮਹਾਰਾਜ ਆਪਣੇ ਅਸਥਾਨ ਤੇ ਆਪ ਜੀ ਕਿਹਨੂੰ ਬਿਠਾਓਗੇ? ਗੁਰਤਾ ਦੇਹੁ ਕਹੋ ਬਖਿਆਤੀ। ਆਪ ਜੀ ਕਿਹਨੂੰ ਗੁਰਤਾ ਗੱਦੀ ਤੇ ਉੱਤੇ ਸ਼ੁਭਾਏਮਾਨ ਕਰਨਾ ਮਹਾਰਾਜ, ਉਹ ਸਾਨੂੰ ਦੱਸਣਾ ਕਰੋ। ਸ੍ਰੀ ਚੰਦ ਕੈ ਲਖਮੀ ਦਾਸ। ਆਪ ਜੀ ਦੇ ਦੋ ਸਾਹਿਬਜ਼ਾਦੇ ਸਪੁੱਤਰ ਹਨ, ਵੱਡਾ ਸ਼੍ਰੀ ਚੰਦ ਤੇ ਛੋਟੇ ਬਾਬਾ ਲਖਮੀ ਦਾਸ ਜੀ। ਕਿਦੋਂ ਅਪਰ ਕੋ ਹੈ ਸੁਖਰਾਸ। ਇਹਨਾਂ ਨੂੰ ਆਪ ਜੀ ਦੋਆਂ ਦੇ ਵਿੱਚੋਂ ਕਿਹਨੂੰ ਆਪ ਜੀ ਗੁਰਤਾ ਗੱਦੀ ਦਿਓਗੇ, ਜਾਂ ਇਹਨਾਂ ਤੋਂ ਇਲਾਵਾ ਕੋਈ ਸੇਵਕ ਨੂੰ ਇਹ ਵਡਿਆਈ ਆਪ ਜੀ ਨੇ ਦੇਣੀ ਹੈ? ਸ੍ਰੀ ਮੁਖ ਤੇ ਮੁਝ ਦੇਹੁ ਬਤਾਈ। ਭਾਈ ਬਾਲਾ ਜੀ ਨੇ ਕਿਹਾ ਸਤਿਗੁਰੂ ਮਹਾਰਾਜ ਕਿਰਪਾ ਕਰੋ, ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦੀ ਜਿਗਿਆਸਾ ਹੈ।
ਆਪ ਤੋਂ ਬਾਅਦ ਗੁਰਤਾ ਗੱਦੀ ਤੇ ਕੌਣ ਬਿਰਾਜਮਾਨ ਹੋਵੇਗਾ, ਆਪ ਜੀ ਦੱਸ ਦੇਣਾ ਕਰੋ। ਜੋ ਪਾਵਹਿ ਸਭ ਜਗ ਗੁਰ ਜੋ ਆਈ, ਸਾਰੇ ਜਗਤ ਦੀ ਗੁਰਿਆਈ ਨੂੰ ਪ੍ਰਾਪਤ ਕਰੇ, ਉਹ ਕੌਣ ਹੈ? ਕਹਿਤ ਭਏ ਹਮਰੇ ਪਸਚਾਤੀ। ਤਾਂ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਕਹਿੰਦੇ, ਮੈਂ ਅੱਜ ਤਾਂ ਆਪ ਜੀ ਗੁਰੂ ਹੋ, ਲੇਕਿਨ ਅੱਜ ਤੋਂ ਕਈ ਸਾਲ ਪਹਿਲਾਂ ਮੈਨੇ ਮਹਾਰਾਜ ਜੀ ਨੂੰ ਜਦੋਂ ਪੁੱਛਿਆ ਤਾਂ ਮਹਾਰਾਜ ਜੀ ਨੇ ਕਿਹਾ ਸਾਡੇ ਤੋਂ ਬਾਅਦ। ਤ੍ਰੇਹਣ ਗੋਤ ਛਤਰੀ ਜਹ ਜਾਤੀ। ਕਿਉਂਕਿ ਸਤਿਗੁਰੂ ਮਹਾਰਾਜ ਜੀ ਨੂੰ ਪਤਾ ਹੈ ਪਿਆਰਿਓ, ਕੌਣ ਆਉਣ ਵਾਲਾ, ਕੌਣ ਮਾਲਕ ਮੰਨਣ ਵਾਲਾ। ਤੇ ਜਦੋਂ ਬਾਬਾ ਲਹਿਣਾ ਜੀ ਜਦੋਂ ਆਏ ਸੀ ਨਾ ਸਤਿਗੁਰੂ ਮਹਾਰਾਜ ਜੀ ਦੇ ਚਰਨ ਸ਼ਰਨ ਦੇ ਵਿੱਚ ਦਰਸ਼ਨ ਕਰਨ ਵਾਸਤੇ, ਤਾਂ ਉਹਨਾਂ ਨੂੰ ਪਤਾ ਨਹੀਂ ਸੀ। ਸਤਿਗੁਰੂ ਮਹਾਰਾਜ ਕਰਤਾਰਪੁਰ ਸਾਹਿਬ ਦੇ ਬਾਰ-ਬਾਰ ਖੜੋਤੇ ਹੋਏ ਸਨ ਤੇ ਭਾਈ ਲਹਿਣਾ ਜੀ ਉਹ ਗੁਰੂ ਨਹੀਂ ਸਨ, ਉਸ ਵੇਲੇ ਸੇਵਕ ਦੇ ਰੂਪ ਦੇ ਵਿੱਚ ਆਏ। ਗੁਰੂਆਂ ਨੂੰ ਉਹਨਾਂ ਨੇ ਪੁੱਛਿਆ ਕਿ ਬਾਬਾ ਜੀ ਦੱਸਣਾ ਕਰੋ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਡੇਰਾ ਕਿੱਥੇ ਹੈ, ਮੈਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਾਣਾ। ਤਾਂ ਸਤਿਗੁਰਾਂ ਨੇ ਕਿਹਾ, ਪੁਰਖਾ ਉਹਨਾਂ ਦੇ ਕੋਲ ਜਾਣਾ ਕੋਈ ਗੱਲ ਨਹੀਂ ਹੈ, ਮੈਂ ਵੀ ਉੱਥੇ ਜਾ ਰਿਹਾ, ਚੱਲ ਤੈਨੂੰ ਵੀ ਨਾਲ ਲੈ ਕੇ ਜਾਂਦਾ। ਤੇ ਸਤਿਗੁਰੂ ਮਹਾਰਾਜ ਜੀ ਨੇ ਭਾਈ ਲਹਿਣਾ ਸਾਹਿਬ ਜੀ ਭਾਵ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀਆਂ ਉਹਨਾਂ ਦੇ ਘੋੜੇ ਦੀਆਂ ਵਾਗਾਂ ਨੂੰ ਫੜ ਕਰਕੇ ਲੈ ਕੇ ਜਾ ਰਹੇ ਹਨ। ਤੇ ਜਦੋਂ ਧਰਮਸਾਲ ਆਈ ਤੇ ਕਿਹਾ ਕਿ ਪੁਰਖਾ ਜਾਓ, ਜਾ ਕਰਕੇ ਉੱਥੇ ਬੈਠ ਜਾਓ, ਉੱਥੇ ਹੀ ਸਤਿਗੁਰੂ ਜੀ ਨੇ ਆ ਕਰਕੇ ਦਰਸ਼ਨ ਦੇਣਾ। ਫਿਰ ਸਤਿਗੁਰੂ ਮਹਾਰਾਜ ਗਏ ਦੂਜੇ ਪਾਸਿਓਂ ਆ ਕਰਕੇ ਗੁਰਤਾ ਗੱਦੀ ਤੇ ਮੰਜੇ ਸਾਹਿਬ ਤੇ ਜਦੋਂ ਬਿਰਾਜਮਾਨ ਹੋਏ, ਵੇਖ ਕਰਕੇ ਭਾਈ ਲਹਿਣਾ ਜੀ ਬਹੁਤ ਦੰਗ ਹੋ ਗਏ। ਮਨ ਦੇ ਵਿੱਚ ਬੜਾ ਵਿਰਾਗ ਆਇਆ, ਕਿਹਾ ਸਤਿਗੁਰੂ ਮਹਾਰਾਜ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ, ਅਵਗਿਆ ਹੋਈ ਹੈ, ਮੈਨੂੰ ਮਾਫ ਕਰ ਦਿਓ। ਤਾਂ ਮਹਾਰਾਜ ਜੀ ਨੇ ਉਸ ਵੇਲੇ ਬਚਨ ਕੀਤਾ, ਨਹੀਂ ਪੁਰਖਾ, ਜਿਹੜੇ ਲੈਣਦਾਰ ਹੁੰਦੇ ਨਾ ਉਹ ਚੜ ਕਰਕੇ ਆਇਆ ਕਰਦੇ ਹਨ, ਦੇਣਦਾਰ ਉਹ ਪੈਦਲ ਜਾ ਕਰਕੇ ਅਗਲਵੰਡੀ ਉਹਨਾਂ ਨੂੰ ਲੈ ਕੇ ਆਉਂਦੇ। ਪ੍ਰਥਮੇ ਲਹਿਣਾ ਤਾਂ ਕੋ ਨਾਮ। ਸਤਿਗੁਰੂ ਮਹਾਰਾਜ ਜੀ ਨੇ ਪਹਿਲਾਂ ਹੀ ਕਹਿ ਦਿੱਤਾ, ਕਿਉਂਕਿ ਅੰਤਰਜਾਮੀ ਸਤਿਗੁਰੂ ਹਨ, ਕਹਿ ਦਿੱਤਾ ਕਿ ਤ੍ਰੇਹਣ ਗੋਤ ਦਾ ਬਾਬਾ ਲਹਿਣਾ ਆਵੇਗਾ। ਹੁਣ ਅੰਗਦ ਵਹਿ ਹੈ ਅਭਿਰਾਮ। ਫਿਰ ਬਾਅਦ ਵਿੱਚ ਅਸਾਂ ਨੇ ਆਪਣੇ ਅੰਗ ਦੇ ਨਾਲ ਲਾ ਕਰਕੇ ਉਹਨਾਂ ਦਾ ਨਾਮ ਅੰਗਦ ਕਰ ਦੇਣਾ। ਆਪਣੋ ਸੋ ਸਰੂਪ ਮੈਂ ਧਾਰੂ। ਆਪਣਾ ਸਰੂਪ ਮੈਨੇ ਧਾਰਨ ਕਰਨਾ ਹੈ, ਭਾਵ ਕਿ ਸਰੀਰ ਦਾ ਨਾਸ਼ਵੰਤ ਹੈ, ਸਰੀਰ ਤਾਂ ਖਤਮ ਹੋ ਜਾਵੇਗਾ, ਲੇਕਿਨ ਜੋਤ ਉਹਨਾਂ ਦੇ ਵਿੱਚ ਟਿਕ ਜਾਵੇਗੀ। ਭਗਤੀ ਭਾਵਨਾ ਭਲੀ ਬਿਥਾਰੂ। ਉਹਨਾਂ ਨੇ ਭਗਤੀ ਭਾਵਨਾ, ਮੈਂ ਫਿਰ ਦੂਜੇ ਜਾਮੇ ਵਿੱਚ ਆ ਕਰਕੇ ਭਗਤੀ ਭਾਵਨਾ ਨੂੰ ਵਿਥਾਰਨਾ ਹੈ। ਭੇਦ ਨਾ ਲਖ ਸਕਈ ਕੋ ਜੈਸਾ। ਇਹੋ ਜਿਹਾ ਅਸਾਂ ਨੇ ਇਹ ਸਵਾਂਗ ਵਰਤਨਾ, ਇਹਦਾ ਭੇਦ ਕੋਈ ਦੂਜਾ ਨਹੀਂ ਜਾਣੇਗਾ। ਦੂਸਰ ਭੇਖ ਧਰਉ ਮੈਂ ਐਸਾ। ਇਹੋ ਜਿਹਾ ਦੂਸਰ ਭੇਖ ਜਿਹੜਾ ਮੈਨੇ ਧਾਰਨ ਕਰਨਾ ਹੈ। ਕਈ ਵਾਰੀ ਕੀ ਹੁੰਦਾ ਪਿਆਰਿਓ, ਆਪਾਂ ਇੱਕ ਲਿਬਾਸ ਧਾਰਨ ਕਰਦੇ, ਕਈ ਲੋਕ ਪਿਆਰਿਓ ਇਹ ਬਾਹਰੀ ਲਿਬਾਸ ਬਦਲਣ ਦੇ ਵਿੱਚ ਵੀ ਬੜੇ ਚਾਤੁਰ ਹੁੰਦੇ ਹਨ, ਉਹਨਾਂ ਨੂੰ ਆਪਾਂ ਬਹਿ ਰੂਪੀਆ ਜਾਂ ਬਹੁ ਰੂਪੀਆ ਬੋਲਦੇ ਹਨ। ਇਹੋ ਜਿਹਾ ਆਪ ਜੀ ਦੇ ਸਾਹਮਣੇ ਆਉਣਗੇ ਤੇ ਆਪਣਾ ਭੇਸ ਵਟਾ ਕਰਕੇ ਤੁਰੰਤ ਹੀ ਆ ਜਾਣਗੇ, ਬੰਦਾ ਯਕੀਨ ਨਹੀਂ ਕਰ ਸਕੇਗਾ ਕਿ ਇਹ ਇੱਕੋ ਹੀ ਹਨ, ਉਹਨੂੰ ਇਹੀ ਲੱਗੇਗਾ ਕਿ ਲੇਕਿਨ ਆਤਮਾ ਉਹੀ ਰਵੇਗੀ, ਉਹੀ ਰੂਪ ਸਾਡਾ ਹੋਵੇਗਾ। ਜੋ ਕੰਮ ਇਹ ਸਰੀਰ ਦੇ ਵਿੱਚ ਰਹਿ ਕਰਕੇ ਅਸਾਂ ਨੇ ਕਰਨਾ, ਫਿਰ ਅੱਗੇ ਜਾ ਕਰਕੇ ਦੂਜੇ ਜਾਮੇ ਨੂੰ ਧਾਰਨ ਕਰਕੇ ਹੀ ਸਿੱਖੀ ਦਾ ਪ੍ਰਚਾਰ ਕਰਨਾ ਹੈ। ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦੇ ਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੂਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਦਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। हे ठाकुर हूँ दासरो, मैं निर्गुण गुण नहीं कोय। नानक दीजै नाम दान, राखों हियै परोए। आए प्रभ शरणागति, कृपा निध दयाल। एक अखर हर मन बसत, नानक होत निहाल।
ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ, ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਸੋਜੀ ਪਿਆਰੇ ਗੋਬਿੰਦ ਸਿੰਘ ਜੀ, ਸੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ। ਮਾਫੀ ਬਖਸ਼ਣੀ ਅੱਗੇ ਤੋਂ ਸਮੱਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ। ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ, ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ